ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਿਰਦੇਸ਼ਾਂ ਮੁਤਾਬਕ ਮੈਡਮ ਸ਼ਿਲਪੀ ਗੁਪਤਾ ਮਾਨਯੋਗ PCS ਜੱਜ ਕਮ ਚੇਅਰਮੈਨ ਸਬ ਡਿਵੀਜ਼ਨ ਕਾਨੂੰਨੀ ਸੇਵਾਵਾਂ ਅਥਾਰਟੀ ਫਲੌਰ ਜੀ ਦੀ ਯੋਗ ਰਹਿਨੁਮਾਈ ਹੇਠ ਆਜ਼ਾਦੀ ਦੀ 75ਵੇਂ ਸਾਲ ਨੂੰ ਸਮਰਪਿਤ ਹਰ ਨਾਗਰਿਕ ਤੱਕ ਕਾਨੂੰਨੀ ਸਹਾਇਤਾ ਦੀ ਜਾਣਕਾਰੀ ਉਪਲਬਧ ਕਰਵਾਉਣ ਦੇ ਮੱਦੇਨਜ਼ਰ ਪੈਨ ਇੰਡੀਆ ਅਵੇਅਰਨੈਸ ਅਤੇ ਆਊਟਰੀਚ ਪ੍ਰੋਗਰਾਮ ਦਾ ਆਯੋਜਨ ਵੱਖ-ਵੱਖ ਪਿੰਡਾਂ ਅਤੇ ਵਿਦਿਅਕ ਸੰਸਥਾਵਾਂ ਵਿੱਚ ਮਿਤੀ 31/10/2022 ਤੋਂ 13/11/2022 ਤੱਕ ਕੀਤਾ ਗਿਆ। ਇਸੇ ਤਹਿਤ ਹੀ ਪਿੰਡ ਘੁੜਕਾ ਵਿਖੇ ਵੱਖ-ਵੱਖ ਪੰਚਾਇਤਾਂ ਅਤੇ ਇਲਾਕੇ ਦੇ ਮੋਹਤਬਾਰ ਸੱਜਣਾਂ ਨੂੰ ਜਾਣਕਾਰੀ ਦੇਣ ਲਈ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿੱਥੇ ਪਹੁੰਚਣ 'ਤੇ ਉੱਘੇ ਸਮਾਜ ਸੇਵੀ ਪਿੰਦੂ ਜੌਲ ਅਤੇ ਇਲਾਕੇ ਦੀਆਂ ਪੰਚਾਇਤਾਂ ਵੱਲੋਂ ਮੈਡਮ ਸ਼ਿਲਪੀ ਗੁਪਤਾ ਮਾਨਯੋਗ PCS ਜੱਜ ਕਮ ਚੇਅਰਮੈਨ ਸਬ ਡਿਵੀਜ਼ਨ ਕਾਨੂੰਨੀ ਸੇਵਾਵਾਂ ਅਥਾਰਟੀ ਫਲੌਰ ਜੀ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ 'ਤੇ ਜਾਣਕਾਰੀ ਦਿੰਦੇ ਹੋਏ ਮੈਡਮ ਸ਼ਿਲਪੀ ਗੁਪਤਾ ਮਾਨਯੋਗ PCS ਜੱਜ ਕਮ ਚੇਅਰਮੈਨ ਸਬ ਡਿਵੀਜ਼ਨ ਕਾਨੂੰਨੀ ਸੇਵਾਵਾਂ ਅਥਾਰਟੀ ਫਲੌਰ ਨੇ ਦੱਸਿਆ ਕਿ ਇਹਨਾਂ ਪ੍ਰੋਗਰਾਮਾਂ ਵਿੱਚ ਪੰਚਾਇਤਾਂ ਨੂੰ ਕਾਨੂੰਨੀ ਸਹਾਇਤਾ ਸਕੀਮਾਂ, ਲੋਕ ਅਦਾਲਤਾਂ, ਸਥਾਈ ਲੋਕ ਅਦਾਲਤਾਂ, ਬੱਚਿਆਂ ਦੇ ਅਧਿਕਾਰਾਂ, ਔਰਤਾਂ ਦੇ ਅਧਿਕਾਰਾਂ, ਮੀਡੀਏਸ਼ਨ, ਪੀੜਤ ਮੁਆਵਜ਼ਾ ਸਕੀਮ ਦੇ ਨਾਲ ਲੋਕਾਂ ਦੇ ਸਮਾਜ ਪ੍ਰਤੀ ਫਰਜ਼ਾਂ ਸੰਬੰਧੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਮੁਫਤ ਕਾਨੂੰਨੀ ਸਹਾਇਤਾ ਤੇ ਮਹਿਕਮੇ ਦੀਆਂ ਹੋਰ ਸਕੀਮਾਂ ਦਾ ਲਾਭ ਲੈਣ ਲਈ ਮਹਿਕਮੇ ਦੇ ਟੋਲ ਫਰੀ ਨੰਬਰ 1968 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ 'ਤੇ ਉੱਘੇ ਸਮਾਜ ਸੇਵੀ ਪਿੰਦੂ ਜੌਲ, ਐਡਵੋਕੇਟ ਅਸ਼ਵਨੀ ਕੁਮਾਰ ਪ੍ਰਧਾਨ ਬਾਰ ਐਸੋਸੀਏਸ਼ਨ ਫਲੌਰ, ਐਡਵੋਕੇਟ ਗੌਰਵ ਕੌਸ਼ਲ ਪੈਨਲ, ਐਡਵੋਕੇਟ ਤਰਲੋਚਨ ਸਿੰਘ ਜੌਲ, ਬੱਬੀ ਜੌਲ, ਸਰਪੰਚ ਰਾਮਪਾਲ, ਅਨੂਪ ਕੌਸ਼ਲ, ਸਨੀ ਹੁੰਦਲ, ਮੋਨੂ ਘੁੜਕਾ, ਪਿੰਦਰ ਘੁੜਕਾ ਆਦਿ ਹਾਜ਼ਰ ਸਨ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਧੰਨਵਾਦ ਕਰੂੰਗੀ, ਤੁਸੀਂ ਆਪਣੇ ਬਿਜ਼ੀ ਟਾਈਮ ਦੇ ਵਿੱਚੋਂ ਮੇਰੇ ਲਈ ਸਮਾਂ ਕੱਢ ਕੇ ਆਏ ਹੋ ਇੱਥੇ ਕਿ ਆਪਾਂ ਥੋੜ੍ਹੇ ਨਾਲ ਆਪਣੇ ਵਿਚਾਰ ਸਾਂਝੇ ਕਰ ਸਕੀਏ। ਦੂਸਰਾ ਤੁਹਾਨੂੰ ਸਾਰਿਆਂ ਨੂੰ ਬਹੁਤ ਮੁਬਾਰਕਬਾਦ ਦੇਵਾਂਗੀ ਕਿ ਤੁਸੀਂ ਆਲਰੇਡੀ ਕਿਹੋ ਜਿਹੀ ਅੱਛੀ ਆਰਗੇਨਾਈਜੇਸ਼ਨ ਨਾਲ ਜੁੜੇ ਹੋਏ ਹੋ, ਜਿੱਥੇ ਕਿ ਆਪਣੇ ਅੱਜ ਵੀ ਪੰਜਾਬ 'ਚ ਖਾਸ ਕਰਕੇ ਤੁਹਾਨੂੰ ਪਤਾ ਹੈ ਕਿ ਫੀਮੇਲ ਦਾ ਜਿਹੜਾ ਹੈਗਾ ਰੇਟ ਪਾਪੂਲੇਸ਼ਨ 'ਚ ਕਿੰਨਾ ਘੱਟ ਹੈਗਾ ਵੈ, ਅਤੇ ਲੜਕੀਆਂ ਨੂੰ ਅੱਜ ਵੀ ਆਪਣੇ ਪੰਜਾਬ ਦੇ ਵਿੱਚ ਜੇ ਕਿਸੇ ਦੀ 1 2 ਹੈ 3 ਹੈ ਤਾਂ ਅਗਲੇ ਦੀ ਮੁੰਡੇ ਦੀ ਖੁਆਇਸ਼ 'ਚ 6 7 ਵੀ ਲੋਕੀ ਪੈਦਾ ਕਰੀ ਜਾ ਰਹੇ ਆ ਬਿਨਾਂ ਇਹ ਸੋਚੇ ਕਿ ਕੱਲ੍ਹ ਨੂੰ ਇਹਨਾਂ ਦੇ ਵਿਆਹ ਕਿਵੇਂ ਕਰਨੇ, ਇਹਨਾਂ ਨੂੰ ਐਜੂਕੇਸ਼ਨ ਕਿਵੇਂ ਦੇਣੀ ਹੈ ਜਾਂ ਇਹਨਾਂ ਨੂੰ ਇੱਕ ਚੰਗੀ ਲਾਈਫ ਸਟਾਈਲ ਕਿਵੇਂ ਦੇਣਾ ਹੈਗਾ ਵੈ, ਉਹ ਤਾਂ ਅਗਲਾ ਸੋਚਦਾ ਹੀ ਨਹੀਂ। ਇੱਕ ਬੇਟੇ ਦੀ ਚਾਹ ਦੇ ਵਿੱਚ ਪਤਾ ਨਹੀਂ ਬੇਟੇ ਨੇ ਕੀ ਦੇ ਦੇਣਾ, ਮੈਨੂੰ ਤਾਂ ਅੱਜ ਤੱਕ ਸਮਝ ਨਹੀਂ ਆਇਆ ਕਿ ਜੋ ਕੁੜੀ ਨਹੀਂ ਕਰ ਸਕਦੀ। ਪਰ ਮੈਂ ਇਹ ਨਹੀਂ ਕਿ ਮੈਂ ਖੁਦ ਲੜਕੀ ਹਾਂ, ਮੈਂ ਇਸ ਲਈ ਕਹਿ ਰਹੀ ਹਾਂ, ਪਰ ਮੇਰਾ ਇਹ ਮੰਨਣਾ ਇਹ ਹੈਗਾ ਕਿ ਜਿੰਨਾ ਕੁੜੀਆਂ ਕਰਦੀਆਂ ਉਹਨਾਂ ਮੁੰਡੇ ਕਦੇ ਨਹੀਂ ਕਰ ਸਕਦੇ। ਕੁੜੀ ਵਿਆਹੀ ਵੀ ਜਾਊਗੀ, ਆਪਣੇ ਸਹੁਰੇ ਘਰੇ ਬੈਠੀ ਹੋਊਗੀ, ਤਦ ਵੀ ਉਹਨੂੰ ਆਪਣੇ ਮਾਂ ਬਾਪ ਦਾ ਫਿਕਰ ਰਹਿੰਦਾ ਹਮੇਸ਼ਾ। ਤੁਸੀਂ ਬਿਮਾਰ ਹੋ, ਕੁਝ ਵੀ ਹੋ, ਤੁਹਾਡੇ ਪੁੱਤ ਦਾ ਨਾਲ ਬੈਠੇ ਦਾ ਫੋਨ ਆਵੇ ਜਾਂ ਗੱਲ ਕਰੇ ਨਾ ਕਰੇ, ਤੁਹਾਡੀ ਧੀ ਦਾ ਫੋਨ ਆ ਕੇ ਜ਼ਰੂਰ ਪੁੱਛੂਗਾ ਕਿ ਦਵਾਈ ਲੈ ਲਈ ਕਿ ਨਹੀਂ ਲੈ ਲਈ, ਰੋਟੀ ਖਾ ਲਈ ਕਿ ਨਹੀਂ ਖਾ ਲਈ। ਅਤੇ ਇਸ ਕਰਕੇ ਧੀਆਂ ਦਾ ਇੱਕ ਵਰਦਾਨ ਹੈ, ਪਤਾ ਨਹੀਂ ਲੋਕ ਉਹਨਾਂ ਨੂੰ ਇਸ ਤਰ੍ਹਾਂ ਕਿਉਂ ਸਮਝਦੇ ਨੇ। ਔਰ ਮੈਨੂੰ ਲੱਗਦਾ ਹੈ ਹਜੇ ਆਪਣੇ ਸਮਾਜ ਨੂੰ ਟਾਈਮ ਲੱਗੂਗਾ ਉਸ ਲੈਵਲ 'ਤੇ ਆਉਣ ਦੇ ਵਿੱਚ ਜਿੱਥੇ ਆਪਾਂ ਕਹਿ ਦਿੰਦੇ ਹਾਂ ਵਿਮਨ ਇੰਪਾਵਰਮੈਂਟ ਆ ਗਈ ਹੈ, ਆਪਾਂ ਕਹਿ ਦਿੰਦੇ ਹਾਂ ਤੇ ਕਿ ਇਸਤਰੀਆਂ ਅਤੇ ਮਰਦਾਂ ਦੇ ਹੱਕ ਬਿਲਕੁਲ ਬਰਾਬਰ ਨੇ। ਬਟ ਅਗਰ ਆਪਾਂ ਗ੍ਰਾਸਰੂਟ ਲੈਵਲ 'ਤੇ ਗੱਲ ਕਰੀਏ, ਅੱਜ ਵੀ ਜਿਹੜੀ ਹੈਗੀ ਆਪਣੀ ਆਈਡੈਂਟਿਟੀ ਲਈ, ਆਪਣੇ ਅਸਤਿਤਵ ਲਈ ਲੜ ਰਹੀ ਹੈਗੀ ਹੈ ਲੜਕੀ। ਸਭ ਤੋਂ ਪਹਿਲਾਂ ਤਾਂ ਉਹਨੂੰ ਅਸਤਿਤਵ ਆਪਣੇ ਘਰ 'ਚ ਹੀ ਪ੍ਰੂਵ ਕਰਨਾ ਪੈਂਦਾ। ਜਦੋਂ ਰਿਸ਼ਤੇਦਾਰ ਵਗੈਰਾ ਕਹਿੰਦੇ ਅੱਛਾ ਕੁੜੀ ਹੋਈ ਹੈ, ਮਤਲਬ ਜਦੋਂ ਕਿਸੇ ਨੂੰ ਦੱਸੋ ਸਾਡੀ ਬੇਟੀ ਹੋਈ ਹੈ ਤਾਂ ਲੋਕੀ ਮੁਬਾਰਕਬਾਦ ਵੀ ਤੁਹਾਨੂੰ ਪਤਾ ਕਿਸ ਢੰਗ ਦੀ ਦਿੰਦੇ ਨੇ। ਭਾਵੇਂ ਜਿਹੜੇ ਬੰਦੇ ਦੇ ਘਰ ਆਈ ਉਹ ਬਹੁਤ ਖੁਸ਼ ਹੋਇਆ ਹੋਵੇ ਤਾਂ ਵੀ ਲੋਕੀ ਕਹਿਣਗੇ ਚੱਲ ਕੋਈ ਨਹੀਂ ਅਗਲੀ ਵਾਰ ਕਾਕਾ ਹੋ ਜਾਊਗਾ। ਮੈਂ ਤੁਹਾਨੂੰ ਇਹ ਆਪਣੀ ਖੁਦ ਦੀ ਐਗਜ਼ਾਮਪਲ ਦਿੰਦੀ, ਮੇਰੀ ਬੇਟੀ ਵੀ, ਮੈਂ ਤਾਂ ਬਹੁਤ ਖੁਸ਼ ਸੀ। ਮੈਨੂੰ ਹਸਪੀਟਲ ਦੀ ਨਰਸ ਨੇ ਕਿਹਾ ਚਲੋ ਕੋਈ ਗੱਲ ਨਹੀਂ ਅਗਲੀ ਵਾਰ ਮੁੰਡਾ ਹੋ ਜਾਊਗਾ। ਮੈਨੂੰ ਬੜਾ ਦੁੱਖ ਹੋਇਆ ਸੁਣ ਕੇ, ਮੈਂ ਕਿਹਾ ਬੀਬਾ ਮੈਂ ਤਾਂ ਬਹੁਤ ਖੁਸ਼ ਹਾਂ, ਤੂੰ ਇੱਦਾਂ ਕਿਉਂ ਕਹਿ ਰਹੀ ਹੈਗੀ ਆ। ਅਤੇ ਮਤਲਬ ਲੜਕੀ ਨੂੰ ਪਹਿਲੀ ਗੱਲ ਤਾਂ ਬੱਚਾ ਹੀ ਨਹੀਂ ਸਮਝਦੇ, ਇਹ ਬਹੁਤ ਹੀ ਮਤਲਬ ਤਰਾਸਦੀ ਵਾਲੀ ਗੱਲ ਹੈਗੀ ਹੈ। ਆਪਣੇ ਭਾਰਤ ਵਿੱਚ ਇਹ ਜਿਹੜਾ ਕਲਚਰ ਹੈ ਨਾ, ਇਹ ਆਪਣੇ ਨਾਰਥ ਇੰਡੀਆ ਵਿੱਚ ਜ਼ਿਆਦਾ ਹੈ। ਸਾਊਥ ਵੱਲ ਤੁਸੀਂ ਦੇਖੋ ਕਿ ਹਰ ਖੇਡ ਹਰ ਇੱਕ ਕੰਪੀਟੀਸ਼ਨ ਦੇ ਵਿੱਚ ਲੜਕੀ ਸਭ ਤੋਂ ਉੱਤੇ ਹੈ। ਔਰ ਅੱਜ ਦੀ ਡੇਟ 'ਚ ਤੁਹਾਨੂੰ ਦੱਸਾਂ ਕਿ ਕੰਪੀਟੀਸ਼ਨ ਲੈ ਹੀ ਲੜਕੀਆਂ ਦਾ ਗਿਆ, ਮੁੰਡੇ ਪੜ੍ਹਦੇ ਹੀ ਨਹੀਂ ਹੈਗੇ। +2 ਤੋਂ ਬਾਅਦ ਕਿਸੇ ਦਾ ਮਨ ਬਾਹਰ ਜਾਣ ਨੂੰ। ਇੱਥੇ ਦੇ ਜਿਹੜੇ ਆਪਾਂ ਦੁਆਬੇ ਦੀ ਗੱਲ ਕਰੀਏ ਤਾਂ ਅੱਧੀ ਦੁਨੀਆ ਦਾ ਪਹਿਲਾਂ ਹੀ ਮੈਨੂੰ ਲੱਗਦਾ ਪੈਦਾ ਹੁੰਦੇ ਹੀ ਮਾਂ ਦੇ ਢਿੱਡ ਤੋਂ ਵੀਜ਼ਾ ਲਗਵਾਉਣ ਦੀ ਲੈਟਰ ਨਾਲ ਲੈ ਕੇ ਆਉਂਦੀ ਹੈ ਨਾ। ਅਤੇ ਮਤਲਬ ਇੱਕ ਕੁੜੀਆਂ ਹੀ ਨੇ ਅੱਜ ਕੱਲ੍ਹ ਜਿਹੜੀਆਂ ਕਿ ਕੋਸ਼ਿਸ਼ ਕਰਦੀਆਂ ਕਿ ਕੁਝ ਬਣ ਜਾਈਏ। ਔਰ ਮੈਨੂੰ ਲੱਗਦਾ ਆਪਣੇ ਮੁਲਕ ਦੇ ਵਿੱਚ ਪੜ੍ਹ ਲਿਖ ਕੇ ਤਰੱਕੀ ਕਰਕੇ ਕੁਝ ਅੱਛਾ ਅਫਸਰ ਲੱਗਣ ਨਾਲ ਲੱਗਣਾ ਬੈਟਰ ਹੈ ਕਿ ਗੈਰ ਮੁਲਕ 'ਚ ਜਾ ਕੇ ਆਪਾਂ ਉਹਨਾਂ ਦੀਆਂ ਟਰੈਕਟਰ ਟਰਾਲੇ ਚਲਾਈਏ, ਉਹਨਾਂ ਦੇ ਰੈਸਟੋਰੈਂਟ 'ਚ ਕੰਮ ਕਰੀਏ। ਉਹਦੇ ਨਾਲੋਂ ਬੈਟਰ ਹੈ ਕਿ ਆਪਾਂ ਆਪਣੇ ਮੁਲਕ 'ਚ ਕੰਮ ਕਰੀਏ। ਇਹ ਬ੍ਰੇਨ ਡਰੇਨ ਜਿਹਨੂੰ ਕਹਿੰਦੇ ਨਾ, ਕਿ ਇੱਥੋਂ ਦੀ ਵਧੀਆ ਬ੍ਰੇਨਸ ਉੱਥੇ ਡਰੇਨ ਹੋ ਰਹੇ ਨੇ। ਇਹ ਬ੍ਰੇਨ ਡਰੇਨ ਜਿਹੜੀ ਥਿਊਰੀ ਹੈ ਨਾ, ਇਹ ਦੇਸ਼ ਦੀ ਆਰਥਿਕਤਾ ਨੂੰ ਵੀ ਨੁਕਸਾਨ ਪਹੁੰਚਾ ਰਹੀ ਹੈ। ਕਿਉਂਕਿ ਜਿਹੜਾ ਥੋੜ੍ਹਾ ਜੇ ਕੋਈ ਬੰਦਾ ਇੰਟੈਲੈਕਚੁਅਲ ਹੈ, ਜਿਹਦਾ ਕੋਈ ਅੱਛਾ ਡਾਕਟਰ ਹੈ ਜਾਂ ਕੋਈ ਅੱਛਾ ਇੰਜੀਨੀਅਰ ਹੈ, ਉਹ ਵੀ ਬਾਹਰ ਚਲਾ ਜਾਂਦਾ ਹੈ। ਦੇਸ਼ ਉਹਦੀ ਸੇਵਾਵਾਂ ਤੋਂ ਵੰਝਲਾ ਰਹਿ ਜਾਂਦਾ ਹੈ। ਜੇ ਕਿਸੇ ਕੋਲ ਪੈਸਾ ਹੈ ਉਹ ਵੀ ਬਾਹਰ ਚਲਾ ਜਾਂਦਾ ਹੈ। ਉਹਦਾ ਜਿਹੜੇ ਉਹਦੇ ਨਾਲ ਜਿਹੜੀ ਇਕਨੋਮਿਕਲੀ ਸਟਰੋਂਗ ਚੀਜ਼ ਹੁੰਦੀ ਹੈ ਉਹ ਵੀ ਇੰਡੀਆ ਤੋਂ ਬਾਹਰ ਜਾ ਰਹੀ ਹੈਗੀ ਹੈ।
ਉਹਦਾ ਰੀਜ਼ਨ ਆਪਾਂ ਕਹਿ ਤਾਂ ਦਿੰਦੇ ਸਰਕਾਰਾਂ ਨੂੰ ਕਿ ਇੱਥੇ ਗੌਰਮੈਂਟ ਕਹਿੰਦੇ ਨੌਕਰੀਆਂ ਹੈ ਨਹੀਂ, ਇੱਥੇ ਕਹਿੰਦੇ ਮਤਲਬ ਲੋਕਾਂ ਲਈ ਉਹ ਸੇਵਾਵਾਂ ਨਹੀਂ ਜਿਹੜੀ ਬਾਹਰ ਹੈਗੀਆਂ, ਜਿੱਦਾਂ ਹੈਲਥ ਇੰਸ਼ੋਰੈਂਸ ਮਿਲਦੀ ਬਾਹਰ, ਜਾਂ ਅਨਇੰਪਲੋਇਮੈਂਟ ਅਲਾਊਂਸ ਮਿਲਦਾ, ਜਾਂ ਫਿਰ ਸੀਨੀਅਰ ਸਿਟੀਜ਼ਨ ਅਲਾਊਂਸ ਮਿਲਦਾ, ਆਪਾਂ ਕਹਿੰਦੇ ਉਹ ਅਲਾਊਂਸਸ ਹੈ ਨਹੀਂ। ਪਰ ਤੁਸੀਂ ਇਹ ਵੀ ਤਾਂ ਦੇਖੋ ਨਾ, ਸਰਕਾਰ ਨੇ ਕਿੱਥੋਂ ਦੇਣੇ ਆ? ਆਪਣੇ ਤੋਂ ਹੀ ਕੱਢ ਕੇ ਦੇਣੇ ਹੁੰਦੇ। ਕਿਸੇ ਵੀ ਸਰਕਾਰ ਦਾ ਰੈਵਨਿਊ ਕਿਵੇਂ ਜਨਰੇਟ ਹੁੰਦਾ ਹੈ? ਉਹ ਆਪਣੇ ਥਰੂ ਹੀ ਜਨਰੇਟ ਹੁੰਦਾ ਵੈ। ਹੁਣ ਆਪਾਂ ਅੱਧੇ ਲੋਕ ਤਾਂ ਇਨਕਮ ਟੈਕਸ ਨਹੀਂ ਭਰਦੇ, ਆਪਾਂ ਸਰਕਾਰ ਨਾਲ ਖੁਦ ਬੇਈਮਾਨੀ ਕਰਦੇ ਹਾਂ। ਤਾਂ ਆਪਾਂ ਭਾਲਦੇ ਦੇਖੋ, ਸਰਕਾਰ ਨੇ ਕੋਈ ਵੀ ਜਿਹੜਾ ਡਿਵੈਲਪਮੈਂਟ ਪ੍ਰੋਸੀਜਰ ਚਲਾਉਣਾ ਹੁੰਦਾ ਹੈ, ਉਹ ਫੰਡ ਕਿੱਥੋਂ ਲਿਆਏਗੀ? ਫੰਡ ਆਪਣੇ ਚੋਂ ਜਨਰੇਟ ਹੋਣਗੇ ਨਾ, ਜੋ ਆਪਾਂ ਕਰਾਂਗੇ। ਅੱਧੀ ਜਿਹੜੀ ਚੰਗੇ ਮਤਲਬ ਤੁਸੀਂ ਇਹ ਸਮਝ ਲਓ, ਜਿਹੜੇ ਬਹੁਤ ਅੱਛੀ ਇੰਡਸਟਰੀ ਜਾਂ ਫੈਕਟਰੀਜ਼ ਵੀ ਚਲਾ ਰਹੇ ਨੇ, ਉਹ ਵੀ ਜਿੰਨਾ ਕਮਾ ਰਹੇ ਉਹਨਾਂ ਟੈਕਸ ਨਹੀਂ ਦੇ ਰਹੇ ਹੈਗੇ। ਜੇ ਹੁਣ ਟੈਕਸ ਕੌਣ ਦੇ ਰਿਹਾ? ਤੁਹਾਨੂੰ ਪਤਾ ਇੰਡੀਆ ਸਭ ਤੋਂ ਜ਼ਿਆਦਾ ਟੈਕਸ ਕੌਣ ਦੇ ਰਿਹਾ? ਸਾਡੇ ਵਰਗੀ ਸਰਵਿਸ ਕਲਾਸ ਦੇ ਰਹੀ, ਕਿਉਂਕਿ ਸਾਡੀ ਤਨਖਾਹ ਪਤਾ ਕਿੰਨੀ ਆਉਂਦੀ ਹੈ। ਉਹ ਕੱਟ ਕੇ ਹੀ ਸਾਨੂੰ ਟੈਕਸ ਮਿਲਦੀ ਹੈ, ਟੈਕਸ ਕੱਟ ਕੇ ਹੀ ਤਨਖਾਹ ਸਾਡੇ ਖਾਤੇ 'ਚ ਆਉਂਦੀ ਹੈਗੀ ਹੈ। ਤਾਂ ਤਕਰੀਬਨ ਜਿਹੜੀ ਸਰਵਿਸ ਕਲਾਸ ਹੈਗੀ ਹੈ, ਉਹ ਪੋਪੂਲੇਸ਼ਨ ਦਾ 30% ਵੀ ਹੈ ਨਹੀਂ, ਤਾਂ 70% ਜਿਹੜੀ ਪੋਪੂਲੇਸ਼ਨ ਮੈਂ ਮੰਨ ਗਈ, ਉਹਦੇ ਵਿੱਚ ਹੋ ਸਕਦਾ 30% ਆਲਰੇਡੀ ਗਰੀਬੀ ਰੇਖਾ ਥੱਲੇ ਜੀ ਰਹੀ ਹੋਵੇ। ਬਟ ਜਿਹੜੇ 40% ਲੋਕ ਹੈ, ਉਹ ਕਿਹੜੇ ਟੈਕਸ ਭਰ ਰਹੇ ਨੇ? ਜਿਹੜੇ ਭਰ ਸਕਦੇ, ਜਿਨ੍ਹਾਂ ਦੀ ਗੁੰਜਾਇਸ਼ ਹੈ ਟੈਕਸ ਭਰਨ ਦੀ। ਜੇ ਉਹ ਸਾਰੇ ਮਤਲਬ ਇੱਕ ਕਹਿ ਸਕਦੇ ਹਾਂ ਕਿ ਆਪਣੇ ਮਨ ਦੇ ਵਿੱਚ ਇਹ ਸੋਚ ਕੇ ਕਿ ਇਹ ਟੈਕਸ ਜਿਹੜਾ ਮੈਂ ਭਰੂੰਗਾ, ਅੱਜ ਮੇਰੀ ਜੇਬ ਜਾਊਗਾ, ਕੱਲ੍ਹ ਨੂੰ ਮੇਰੀ ਕੰਟਰੀ ਦੇ ਬੈਨੀਫਿਟ ਲਈ ਕੰਮ ਆਊਗਾ, ਇਹਨੂੰ ਆਪਣਾ ਇੱਕ ਨਾਗਰਿਕ ਆਪਣੀ ਇੱਕ ਡਿਊਟੀ ਸਮਝ ਕੇ ਅਗਰ ਕਰੇ, ਤਾਂ ਮੈਨੂੰ ਲੱਗਦਾ ਹੈ ਕਿ ਇੰਡੀਆ ਜੋ ਚੀਜ਼ ਅੱਜ ਤੋਂ 10 ਸਾਲ ਬਾਅਦ ਕਰਨ ਦੇ ਕੈਪੇਬਲ ਹੋਏਗਾ, ਉਹ ਅੱਜ ਹੀ ਹੋ ਸਕਦਾ ਹੈ। ਕਿਉਂਕਿ ਹਰ ਚੀਜ਼ ਲਈ ਫੰਡਸ ਦੀ ਕਮੀ ਹੁੰਦੀ ਹੈ, ਅਤੇ ਬਚੀ ਕੁਛ ਕਸਰ ਜਿਹੜੀ ਹੈਗੀ ਹੈ, ਥੋੜ੍ਹਾ ਪੋਲੀਟੀਕਲ ਜਿਹੜੀ ਧੜੇਬਾਜ਼ੀ ਆਪਣੇ ਮੁਲਕ 'ਚ ਜ਼ਿਆਦਾ ਹੈਗੀ ਹੈ, ਉਹ ਖਾ ਜਾਂਦੀ ਹੈ। ਅਤੇ ਇਸ ਕਰਕੇ ਅੱਜ ਤੁਹਾਨੂੰ ਦੱਸਣ ਦਾ ਭਾਵ ਇਹ ਹੈਗਾ ਕਿ ਸਾਨੂੰ ਕੁਛ ਚੀਜ਼ਾਂ ਮੁਫਤ, ਜਿਹੜੀ ਕਾਨੂੰਨੀ ਸਹਾਇਤਾ ਕਹਿ ਲਈਏ, ਜਾਂ ਕੋਈ ਹੋਰ ਫੈਸਿਲਿਟੀ ਕਿਸੇ ਹੋਰ ਡਿਪਾਰਟਮੈਂਟ ਦੀ ਹੁੰਦੀ ਹੈ, ਅਤੇ ਲੋਕਾਂ ਨੂੰ ਉਹਦੇ ਬਾਰੇ ਪਤਾ ਹੀ ਨਹੀਂ ਹੁੰਦਾ, ਅਤੇ ਉਹ ਫੈਸਿਲਿਟੀ ਆਪਾਂ ਮਤਲਬ ਉਹਨੂੰ ਯੂਜ਼ ਕਿਵੇਂ ਕਰਾਂਗੇ ਜੇ ਆਪਾਂ ਨੂੰ ਪਤਾ ਹੀ ਨਹੀਂ ਉਹਦੇ ਬਾਰੇ। ਅਤੇ ਅਸੀਂ ਇਹੀ ਦੱਸਣ ਆਏ ਹਾਂ, ਜਿੱਦਾਂ ਸਰ ਦੀ ਗੱਲ ਦੱਸ ਰਹੇ ਸੀ, ਚਾਹੁੰਦੇ ਸੀਗੇ ਕਿ ਕੋਈ ਫ੍ਰੀ ਲੀਗਲ ਏਡ ਦਾ ਵੀ ਤਰੀਕਾ ਹੋਵੇ, ਕਿਉਂਕਿ ਲੋਕਾਂ ਨੂੰ ਦੇਖੋ ਹਰ ਕਿਸੇ ਦਾ ਕੋਈ ਨਾ ਕੋਈ ਰਾਈਟ ਹੈ, ਆਪਣੀ ਫੰਡਾਮੈਂਟਲ ਰਾਈਟਸ ਦਾ ਇੱਕ ਪੂਰਾ ਚੈਪਟਰ ਹੈ ਆਪਣੇ ਕੌਨਸਟੀਟਿਊਸ਼ਨ, ਆਪਣੇ ਸੰਵਿਧਾਨ ਦੇ ਵਿੱਚ। ਬਟ ਉਹਨਾਂ ਫੰਡਾਮੈਂਟਲ ਰਾਈਟਸ ਨੂੰ ਜਾਂ ਆਪਣੇ ਜਿਹੜੇ ਵੀ ਆਪਣੀ ਬੇਸਿਕ ਅਧਿਕਾਰ ਹੈ, ਉਹਨਾਂ ਨੂੰ ਲੜਨਾ, ਕਿ ਉਹਨਾਂ ਲਈ ਲੜਨਾ, ਉਹਨਾਂ ਲਈ ਆਵਾਜ਼ ਚੱਕਣਾ ਹਰ ਬੰਦੇ ਦੇ ਬਸ ਦੀ ਗੱਲ ਨਹੀਂ ਹੈਗੀ। ਕਿਉਂਕਿ ਉਹ ਆਵਾਜ਼ ਚੱਕਣ ਲਈ ਪਹਿਲੀ ਗੱਲ ਤਾਂ ਤੁਹਾਨੂੰ ਜਾਗਰੂਕ ਹੋਣਾ ਆਪਣੇ ਲਈ ਬਹੁਤ ਜ਼ਰੂਰੀ ਹੈਗਾ। ਤੁਸੀਂ ਆਪ ਜਾਗਰੂਕ ਹੋਣੇ ਚਾਹੀਦੇ, ਤੁਹਾਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਤੁਹਾਡਾ ਕੀ ਹੱਕ ਹੈ। ਦੂਸਰੀ ਗੱਲ ਹੈਗੀ ਹੈ, ਤੇ ਲੋਕਾਂ ਨੂੰ ਲੱਗਦਾ ਸਾਡੀ ਜੇਬ 'ਚ ਪੈਸਾ ਹੋਣਾ ਚਾਹੀਦਾ, ਵਕੀਲ ਵੀ ਪੈਸਾ ਮੰਗੂਗਾ, ਘਰੋਂ ਤੁਰਾਂਗੇ ਰਕਸ਼ਾ ਕਰਕੇ ਜਾਵਾਂਗੇ, ਰਕਸ਼ੇ ਵਾਲਾ ਵੀ ਪੈਸੇ ਮੰਗੂਗਾ। ਤਾਂ ਉਹਨਾਂ ਚੀਜ਼ਾਂ ਲਈ ਮੈਂ ਇਹ ਕਹਾਂਗੀ ਕਿ ਨੋ ਡਾਊਟ ਤੁਹਾਡੇ ਆਉਣ ਜਾਣ ਦਾ ਖਰਚਾ ਤਾਂ ਨਹੀਂ ਕੋਰਟ ਤੱਕ ਦਾ, ਬਟ ਹਾਂ ਕੋਰਟ ਤੋਂ ਆਉਣ ਤੋਂ ਬਾਅਦ ਜਿਹੜਾ ਤੁਹਾਡਾ ਖਰਚਾ ਹੈ, ਉਹ ਸਾਰਾ ਸਰਕਾਰ ਚੱਲੇਗੀ। ਤੁਸੀਂ ਜਿਹੜਾ ਤੁਹਾਨੂੰ ਵਕੀਲ ਜਿਹੜਾ ਕਰਨਾ ਹੈ, ਉਹ ਤੁਹਾਨੂੰ ਫ੍ਰੀ ਗੌਰਮੈਂਟ ਕਰਾ ਕੇ ਦੇਗੀ। ਸਾਡੀ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਕੰਮ ਕਰਦੀ ਹੈ ਪੰਜਾਬ ਲੀਗਲ ਸਰਵਿਸਿਜ਼ ਅਥਾਰਟੀ ਦੇ ਅੰਡਰ, ਪੰਜਾਬ ਲੀਗਲ ਸਰਵਿਸਿਜ਼ ਅਥਾਰਟੀ ਕੰਮ ਕਰਦੀ ਹੈ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਦੇ ਅੰਡਰ। ਅਤੇ ਸਾਡਾ ਇਹ ਇਸ ਤਰ੍ਹਾਂ ਦੀ ਹਾਇਰਾਰਕੀ ਬਣੀ ਹੋਈ ਹੈ ਕਿ ਪਹਿਲਾਂ ਸਟੇਟ ਲੀਗਲ ਸਰਵਿਸਿਜ਼ ਅਥਾਰਟੀਜ਼ ਹੈਗੀਆਂ, ਉਹਦੇ ਉੱਪਰ ਨੈਸ਼ਨਲ ਲੀਗਲ ਸਰਵਿਸ ਅਥਾਰਟੀ, ਸਟੇਟ ਦੇ ਨੀਚੇ ਅਸੀਂ ਡਿਸਟ੍ਰਿਕਟ ਵਾਈਜ਼ ਕੰਮ ਕਰਦੇ ਹੈਗੇ ਹਾਂ। ਪਰ ਜਿਹੜੀ ਸੈਂਟਰ ਕਮਾਂਡ ਹੈਗੀ ਹੈ, ਉਹ ਸੁਪਰੀਮ ਕੋਰਟ ਦੇ ਹੱਥ, ਆਨਰੇਬਲ ਸੁਪਰੀਮ ਕੋਰਟ ਦੇ ਹੱਥ ਦੇ ਵਿੱਚ ਹੀ ਹੈਗੀ ਹੈ। ਅਤੇ ਉਹਦੇ ਵਿੱਚ ਕਿਸ ਤਰ੍ਹਾਂ ਹੈ ਕਿ ਆਪਾਂ ਜੇ ਕਿਸੇ ਨੇ ਕਿਸੇ 'ਤੇ ਕੇਸ ਕਰਨਾ ਹੈ, ਜਾਂ ਤੁਹਾਨੂੰ ਕੋਈ ਸੰਮਨ ਕਚਹਿਰੀ ਤੋਂ ਆਉਂਦਾ, ਤੁਸੀਂ ਉਸ ਕੇਸ ਦਾ ਜਿਹੜਾ ਤੁਹਾਡੇ 'ਤੇ ਹੋਇਆ ਉਹਦਾ ਜਵਾਬ ਦੇਣਾ ਹੈ। ਅਤੇ ਤੁਸੀਂ ਉਹਦੇ ਵਿੱਚ ਸੋਚਦੇ ਹੋ ਕਿ ਹੁਣ ਕਚਹਿਰੀ ਜਾਵਾਂਗੇ ਅਤੇ ਸਾਡਾ ਪੈਸਾ ਲੱਗੂਗਾ, ਇਸ ਤੋਂ ਵਧੀਆ ਨਾ ਹੀ ਜਾਓ, ਸੰਮਨ ਹੀ ਤਾਂ ਆਇਆ, ਕਿਹੜਾ ਸਾਨੂੰ ਸਿਵਲ ਕੇਸ ਹੈ, ਥੋੜ੍ਹਾ ਬਹੁਤ ਲੋਕ ਸਮਝਾਉਂਦੇ, ਜਿਹਨੂੰ ਪੜ੍ਹੀ ਲਿਖੀ ਅਕਲ ਹੁੰਦੀ ਹੈ, ਇਹ 'ਚ ਤੁਹਾਨੂੰ ਕਿਹੜਾ ਅੰਦਰ ਭੇਜ ਦੇਣਾ। ਜਿਹੜਾ ਪਰਚਾ ਹੁੰਦਾ ਬੰਦਾ ਸੋਚਦਾ ਮੈਂ ਅੰਦਰ ਜਾਊਂਗਾ, ਪਰ ਸਿਵਲ ਕੇਸ ਹੁੰਦਾ ਤਾਂ ਬੰਦਾ ਕਹਿੰਦਾ ਇਹ 'ਚ ਕਿਹੜਾ ਅੰਦਰ ਭੇਜ ਦੇਣਾ ਤੈਨੂੰ, ਤੂੰ ਨਾ ਜਾਈ ਕੋਰਟ 'ਚ ਨਾ ਪੇਸ਼ ਹੋਵੀ। ਬਟ ਮੈਂ ਤੁਹਾਨੂੰ ਇੱਕ ਗੱਲ ਕਹੂੰਗੀ, ਤੁਸੀਂ ਪੇਸ਼ ਨਹੀਂ ਹੋਵੋਗੇ ਤਾਂ ਤੁਸੀਂ ਆਪਣਾ ਪੱਖ ਕਿਵੇਂ ਰੱਖੋਗੇ ਅਦਾਲਤ ਸਾਹਮਣੇ ਕਿ ਤੁਹਾਡਾ ਕੀ ਪੱਖ ਸੀਗਾ, ਤੁਹਾਡੇ ਤੇ ਦੂਜੇ ਬੰਦੇ ਨੇ ਕੇਸ ਕੀਤਾ। ਤੁਸੀਂ ਆਪਣਾ ਪੱਖ ਨਹੀਂ ਰੱਖੋਗੇ ਤਾਂ ਇੱਕ ਤਰਫਾ ਫੈਸਲਾ ਦੂਜੇ ਧਿਰ ਦੇ ਹੱਕ ਦੇ ਵਿੱਚ ਹੋ ਜਾਏਗਾ। ਉਹ ਅਗਰ ਚਾਹੁੰਦੇ ਹੋ ਕਿ ਦੂਜੀ ਧਿਰ ਦੇ ਹੱਕ ਵਿੱਚ ਇੱਕ ਤਰਫਾ ਫੈਸਲਾ ਨਾ ਹੋਵੇ, ਤਾਂ ਹਮੇਸ਼ਾ ਤੁਹਾਨੂੰ ਜਦੋਂ ਵੀ ਕਿਸੇ ਕਚਹਿਰੀ ਦਾ ਸੰਮਨ ਆਵੇ ਤਾਂ ਪੇਸ਼ ਹੋ ਕੇ ਆਪਣਾ ਪੱਖ ਜ਼ਰੂਰ ਰੱਖੋ। ਉਹ ਪੱਖ ਰੱਖਣ ਦੀ ਅਗਰ ਤੁਹਾਡੇ ਅੰਦਰ ਕੈਪੈਸਿਟੀ ਨਹੀਂ ਹੈਗੀ, ਤੁਹਾਡੇ ਕੋਲ ਪੈਸੇ ਨਹੀਂ ਹੈਗੇ ਵਕੀਲ ਕਰਨ ਦੇ, ਤਾਂ ਤੁਸੀਂ ਜਿਹੜਾ ਹੈਗਾ ਵਕੀਲ ਸਰਕਾਰੀ ਲੈ ਸਕਦੇ ਹੋ। ਉਸੇ ਕੋਰਟ ਦੇ ਵਿੱਚ ਜਿਸ ਕੋਰਟ ਤੁਹਾਨੂੰ ਸੰਮਨ ਆਇਆ, ਉੱਥੇ ਜਾ ਕੇ ਬੇਨਤੀ ਕਰਨੀ ਕਿ ਮੇਰੇ ਕੋਲ ਵਕੀਲ ਕਰਨ ਦੀ ਗੁੰਜਾਇਸ਼ ਹੈ ਨਹੀਂ, ਮੈਨੂੰ ਫ੍ਰੀ ਲੀਗਲ ਏਡ 'ਚੋਂ ਮੈਨੂੰ ਸਰਕਾਰੀ ਵਕੀਲ ਪ੍ਰੋਵਾਈਡ ਕੀਤਾ ਜਾਵੇ। ਉਹਦੇ ਲਈ ਇੱਕ ਫਾਰਮ ਹੁੰਦਾ, ਉਹ ਫਾਰਮ ਵੀ ਫ੍ਰੀ ਆਫ ਕਾਸਟ ਹੁੰਦਾ। ਹੁਣ ਤੁਸੀਂ ਕਹੋਗੇ ਉਹ ਫਾਰਮ ਭਰ ਕੌਣ ਸਕਦਾ, ਉਹਦੀ ਐਲੀਜੀਬਿਲਿਟੀ ਕੀ ਹੈ ਫਾਰਮ ਭਰਨ ਦੀ? ਫਾਰਮ ਭਰਨ ਦੀ ਐਲੀਜੀਬਿਲਿਟੀ ਬਹੁਤ ਹੀ ਉਹਨਾਂ ਨੇ ਵਾਈਡ ਬਣਾਈ ਹੈ। ਉਹਦੇ ਸਭ ਸਾਰੀ ਹਿੰਦੁਸਤਾਨ ਦੀ 70% ਜਨਤਾ ਉਹ 'ਚ ਕਵਰ ਹੋ ਜਾਂਦੀ ਹੈ। ਕੀ ਐਲੀਜੀਬਿਲਿਟੀ ਹੈ? ਇੱਕ ਤਾਂ ਔਰਤਾਂ, ਬੱਚੇ ਅਤੇ ਬਜ਼ੁਰਗ ਕਿਸੇ ਵੀ ਕਾਸਟ ਦੇ ਹੋਣ, ਕਿੰਨੀ ਵੀ ਉਹਨਾਂ ਦੀ ਸਾਲਾਨਾ ਇਨਕਮ ਹੋਵੇ, ਕਿੰਨੇ ਵੀ ਉਹ ਪੈਨਸ਼ਨਰ ਹੋਣ, ਉਹ ਜਿਹੜੇ ਆ ਉਹ ਮੁਫਤ ਕਾਨੂੰਨੀ ਸਹਾਇਤਾ ਲੈ ਸਕਦੇ ਨੇ। ਜਨਰਲ ਕੈਟਾਗਰੀ ਦੇ ਵਿੱਚ 3 ਲੱਖ ਰੁਪਏ ਤੋਂ ਜਿਨ੍ਹਾਂ ਦੀ ਤਨਖਾਹ ਜਾਂ ਸਾਲਾਨਾ ਆਮਦਨ ਜਿਹੜੀ ਹੈਗੀ ਆ ਉਹ ਘੱਟ ਹੈ, ਉਹ ਉਸ ਫਾਰਮ ਨੂੰ ਭਰ ਸਕਦੇ ਹੈਗੇ ਆ। ਕੋਈ ਕੁਦਰਤੀ ਮਾਰ ਦਾ ਸ਼ਿਕਾਰ ਹੈਗਾ ਵੈ, ਕਿਸੇ ਦਾ ਕੋਈ ਅੰਗਹੀਨ ਹੈ, ਉਹ ਬੰਦਾ ਜਿਹੜਾ ਹੈਗਾ ਵਾ ਉਹ ਕਾਨੂੰਨੀ ਸਹਾਇਤਾ ਲੈ ਸਕਦਾ ਵੈ। ਅਨੁਸੂਚਿਤ ਜਾਤੀਆਂ ਸਾਰੀਆਂ ਉਹ ਕਾਨੂੰਨੀ ਸਹਾਇਤਾ ਫ੍ਰੀ ਆਫ ਕਾਸਟ ਲੈ ਸਕਦੀਆਂ ਹੈਗੀਆਂ। ਅਤੇ ਤੁਹਾਨੂੰ ਸਿਰਫ ਕੁਛ ਨਹੀਂ ਕਰਨਾ, ਸਾਡੇ ਫਰੰਟ ਆਫਿਸ ਬਣਿਆ ਹੋਇਆ, ਜਿਵੇਂ ਪ੍ਰਧਾਨ ਜੀ ਨੇ ਹੁਣੇ ਦੱਸਿਆ, ਇਹ ਹਰ ਡਿਸਟ੍ਰਿਕਟ ਦੇ ਵਿੱਚ ਬਣਿਆ ਹੋਇਆ ਫਰੰਟ ਆਫਿਸ।
ਤੁਸੀਂ ਫਰੰਟ ਆਫਿਸ ਜਾਣਾ, ਉੱਥੇ ਪਰਮਾਨੈਂਟ ਇੱਕ ਸਾਡਾ ਬੰਦਾ ਬੈਠਦਾ, ਇੱਕ ਐਡਵੋਕੇਟ ਵੀ ਔਰ ਇੱਕ PL ਵੀ, ਪੈਰਾ ਲੀਗਲ ਵਲੰਟੀਅਰ। ਹਰ ਪਿੰਡ ਦੇ ਵਿੱਚੋਂ ਹੀ ਅਸੀਂ ਚੂਜ਼ ਕੀਤੇ ਹੋਏ ਨੇ ਜਿਹੜੇ ਬੰਦੇ ਵੋਲੰਟਰੀਲੀ ਸਰਵਿਸ ਕਰਨਾ ਚਾਹੁੰਦੇ ਆ। ਉਹਨਾਂ ਨੂੰ ਅਸੀਂ ਥੋੜਾ ਮਤਲਬ ਉਹਨਾਂ ਨੂੰ ਇਹ ਵੀ ਨਾ ਲੱਗੇ ਕਿ ਅਸੀਂ ਫ੍ਰੀ ਬੈਠੇ ਤੇ 3000 4000 ਦਾ ਕੁਝ ਜਿਹੜਾ ਮੰਥਲੀ ਰੈਮੂਨਰੇਸ਼ਨ ਜਿਹੜਾ ਉਹਨੂੰ ਖਰਚਾ ਹੈ ਉਹ ਵੀ ਦਿੱਤਾ ਜਾਂਦਾ ਹੈਗਾ ਵੇ। ਉਹ ਫਰੰਟ ਆਫਿਸ 'ਚ ਬੈਠਦੇ ਆ, ਪਿੰਡਾਂ ਸੈਮੀਨਾਰ ਲਾਉਣ ਵੀ ਜਾਂਦੇ ਆ। ਇੱਕ ਸੈਮੀਨਾਰ ਲਾਉਣ ਦਾ 500 ਰੁਪਇਆ ਮਿਲਦਾ ਉਹਨਾਂ ਨੂੰ, ਤੇ ਉਹ ਸੈਮੀਨਾਰ 'ਚ ਵੀ ਇਹੀ ਦੱਸਦੇ ਜੋ ਅਸੀਂ ਆ ਤੁਹਾਨੂੰ ਅੱਜ ਲੈ ਕੇ ਆਏ ਪੈਂਫਲੇਟਸ। ਇਹ ਪੈਂਫਲੇਟਸ ਜੋ ਲਿਖਿਆ ਉਹ ਸਾਰੀ ਸਕੀਮਾਂ ਨੇ ਲੋਕ ਅਦਾਲਤਾਂ ਦੀਆਂ, ਲੋਕ ਅਦਾਲਤ ਦੀ, ਪਰਮਾਨੈਂਟ ਲੋਕ ਅਦਾਲਤ ਦੀ, ਮੁਆਵਜ਼ਾ ਕਿਵੇਂ ਮਿਲਦਾ ਹੈ, ਕਿਹੜੇ ਕੇਸਾਂ ਦੇ ਵਿੱਚ ਮਿਲਦਾ ਹੈ, ਕੌਣ ਲੀਗਲ ਏਡ ਹੈਲਪ ਲੈ ਸਕਦਾ ਹੈ, ਕੌਣ ਨਹੀਂ ਲੈ ਸਕਦਾ, ਇਹ ਸਾਰਾ ਇਹਨਾਂ ਦੇ ਵਿੱਚ ਲਿਖਿਆ ਹੋਇਆ ਹੈ। ਇਹ ਕਾਨੂੰਨ ਦੇਖੋ ਸਾਡੇ ਵੱਲੋਂ ਸੁਪਰੀਮ ਕੋਰਟ ਵੱਲੋਂ ਇੰਨੀਆਂ ਜ਼ਿਆਦਾ ਫੈਸਿਲਿਟੀਜ਼ ਤਾਂ ਬਣਾਈਆਂ ਗਈਆਂ, ਪਰ ਲੋਕਾਂ ਨੂੰ ਇਹਨਾਂ ਦਾ ਪਤਾ ਨਾ ਹੋਣ ਕਰਕੇ ਨਾ ਅਸੀਂ ਜਦੋਂ ਕੋਰਟ 'ਚ ਲੋਕ ਆਉਂਦੇ ਆ ਨਾ, ਕਹਿੰਦੇ ਉਹਨਾਂ ਨੂੰ ਕਿ ਦੇਖ ਕੇ ਕਈ ਵਾਰ ਕਿਸੇ ਨੂੰ ਦੇਖ ਕੇ ਲੱਗਦਾ ਕਿ ਇਹਦੀ ਗੁੰਜਾਇਸ਼ ਹੈ ਨਹੀਂ ਵਕੀਲ ਕਰਨ ਦੀ, ਤਾਂ ਉਹਨੂੰ ਮੂੰਹ ਤੇ ਕਹਿ ਵੀ ਦਿੰਦਾ ਕਿ ਬਾਬਾ ਜੀ ਤੁਸੀਂ ਵਕੀਲ ਕਰਨਾ ਤਾਂ ਤੁਹਾਨੂੰ ਸਰਕਾਰੀ ਕਰਾ ਦਿੰਦੇ। ਉਹ ਮਨਾ ਕਰ ਦਿੰਦੇ ਨੇ। ਕਿਉਂ ਮਨਾ ਕਰਦੇ? ਉਹਨਾਂ ਨੂੰ ਲੱਗਦਾ ਇਹ ਉਹਨਾਂ ਵਧੀਆ ਕੰਮ ਨਹੀਂ ਕਰੂ, ਫ੍ਰੀ ਹੈ। ਹਿੰਦੁਸਤਾਨ 'ਚ ਪਤਾ ਨਹੀਂ ਲੱਗਦਾ ਜੋ ਚੀਜ਼ ਫ੍ਰੀ ਹੈ ਉਹ ਬੇਕਾਰ ਹੋਊਗੀ। ਇਸ ਤਰ੍ਹਾਂ ਨਹੀਂ ਹੈ, ਜੋ ਚੀਜ਼ ਫ੍ਰੀ ਹੈ ਉਹ ਬੇਕਾਰ ਨਹੀਂ ਹੋਏਗੀ। ਕੁਛ ਤਾਂ ਮਤਲਬ ਅਗਰ ਆਪਾਂ ਅੱਜ ਇਹ ਸੋਚ ਰੱਖਾਂਗੇ ਤਾਂ ਕੱਲ੍ਹ ਨੂੰ ਨੋ ਡਾਊਟ ਚ ਯੰਗ ਐਡਵੋਕੇਟਸ ਨੂੰ ਅਸੀਂ ਰੱਖਦੇ ਹਾਂ। ਕਿਉਂ ਰੱਖਦੇ ਹਾਂ? ਕਿਉਂਕਿ ਜਿਹੜਾ ਬੰਦਾ ਸੀਨੀਅਰ ਐਡਵੋਕੇਟ ਹੈ ਤੁਹਾਨੂੰ ਪਤਾ ਉਹਨਾਂ ਦਾ ਕਿੰਨਾ ਕੰਮ ਹੁੰਦਾ। ਜਿਹੜਾ ਬੰਦਾ 20 ਸਾਲ ਤੋਂ ਵਕਾਲਤ ਕਰ ਰਿਹਾ ਉਹਦੇ ਕੋਲ ਆਪਣੇ 100 150 200 300 ਕੇਸ ਹੋਣਗੇ। ਤੁਹਾਡੇ ਕੇਸ ਨੂੰ ਕੀ ਮੱਦੇਨਜ਼ਰ ਰੱਖੂਗਾ? ਜਿੱਥੇ ਉਹਨੇ 2 ਲੱਖ ਰੁਪਏ ਫੀਸ ਫੜੀ ਹੈ ਉੱਥੇ ਉਹ ਜ਼ਿਆਦਾ ਪੈਰਵੀ ਕਰੂਗਾ ਕਿ ਜਿਹੜੇ ਤੁਹਾਡੇ ਵਰਗੇ ਬੰਦੇ ਨੇ ਕਿਸੇ ਨੇ 10,000 15,000 ਦੇਣੇ ਆ ਜਾਂ ਉਹ ਵੀ ਨਹੀਂ ਦੇਣੇ ਹੈਗੇ ਤਾਂ ਬੰਦਾ ਉੱਥੇ ਪੈਰਵੀ ਕਰੂਗਾ। ਤੁਹਾਨੂੰ ਦੱਸਾਂ ਬੜੇ ਪ੍ਰੋਫੈਸ਼ਨਲ ਹੁੰਦੇ ਨੇ ਵਕੀਲ। ਜੇ ਫਾਈਨਲ ਬਹਿਸ ਤੇ ਕੇਸ ਆ ਗਿਆ, ਫੀਸ ਨਹੀਂ ਪਹੁੰਚੀ, ਉਹ ਬਹਿਸ ਨਹੀਂ ਕਰਨਗੇ, ਕੋਰਟ 'ਚ ਡੇਟ ਲੈਣਗੇ। ਫਿਰ ਉਹਨਾਂ ਨੇ ਪਤਾ ਕੀ ਕਹਿਣਾ? ਜੱਜ ਸਾਹਿਬ ਨੇ ਤਰੀਕ ਪਾਤੀ। ਦੇਖੋ ਅਸੀਂ ਪਿੰਡਾਂ 'ਚ ਜਾਂਦੇ ਹਾਂ, ਵਕੀ ਕਹਿੰਦੇ ਕੋਟੇ ਤਰੀਕਾਂ ਪੈਂਦੀਆਂ ਜੀ, 30 ਸਾਲ ਕੇਸ ਚੱਲਦੇ ਆ। ਕੋਈ ਇਹ ਨਹੀਂ ਸੋਚਦਾ ਕਿ ਜੱਜ ਕਦੇ ਨਹੀਂ ਪਾਉਂਦਾ, ਕਿਉਂਕਿ ਸਾਡੇ ਅਸੀਂ ਪਾ ਹੀ ਨਹੀਂ ਸਕਦੇ। ਸਾਡੀ ਸੁਪਰੀਮ ਕੋਰਟ ਨੇ ਸਮਾਧਾਨ ਜਾਂ ਐਕਸ਼ਨ ਪਲਾਨ ਨਾਮ ਦੀ ਇੱਕ ਕੈਟੇਗਰੀ ਬਣਾਈ ਹੈ। ਸਾਡੇ ਕੋਰਟਾਂ ਦੇ ਵਿੱਚ ਜਿਹੜੇ ਕੇਸ ਨੇ, ਅਗਰ 5 ਸਾਲਾ ਕੇਸ ਹੈ ਉਹ ਵੀ ਮੇਰਾ ਐਕਸ਼ਨ ਪਲਾਨ ਹੈ, 10 ਸਾਲਾ ਕੇਸ ਹੈ ਮੇਰਾ ਐਕਸ਼ਨ ਪਲਾਨ ਹੈ। ਮੇਰੀ ਸਾਲ ਦੀ ਜਿਹੜੀ ACR ਹੈਗੀ ਹੈ, ਮੇਰੀ ਜਿਹੜੀ ACR ਜਿਹੜੀ ਮੈਨੂੰ ਗ੍ਰੇਡਿੰਗ ਮਿਲਣੀ ਹੈ ਨਾ, ਮੈਂ ਕਿੰਨੇ ਪੁਰਾਣੇ ਕੇਸ ਡਿਸਪੋਜ਼ ਆਫ ਕੀਤੇ ਉਹਦੇ ਬੇਸ ਤੇ ਮਿਲਣੀ ਹੈ। ਤੇ ਕੋਈ ਵੀ ਜੱਜ ਆਪਣੀ ਕੋਰਟ ਦੇ ਵਿੱਚ ਪੁਰਾਣਾ ਕੇਸ ਰੱਖ ਕੇ ਰਾਜੀ ਨਹੀਂ, ਕਿਉਂਕਿ ਉਹ ਰੱਖੋਗੇ ਸਾਨੂੰ ਹਾਈ ਕੋਰਟ ਤੋਂ ਬਾਈ ਨੇਮ ਐਕਸਪਲੇਨੇਸ਼ਨ ਆਉਂਦੀ। ਜੇ ਮੇਰੀ ਕੋਰਟ 'ਚ ਕੋਈ ਕੇਸ ਪੈਂਡਿੰਗ ਹੋਊਗਾ ਨਾ 20 ਸਾਲ ਪੁਰਾਣਾ 10 ਸਾਲ ਪੁਰਾਣਾ, ਮੈਨੂੰ ਹਾਈ ਕੋਰਟ ਤੋਂ ਮੇਰੇ ਬਾਈ ਨੇਮ ਸ਼ਿਲਪੀ ਗੁਪਤਾ ਕਰਕੇ ਚਿੱਠੀ ਆਏਗੀ, ਐਕਸਪਲੇਨੇਸ਼ਨ ਦਿਓ ਕਿ ਤੁਹਾਡੀ ਕੋਰਟ 'ਚ ਕਿਉਂ ਪੈਂਡਿੰਗ ਹੈਗਾ ਹੈ। ਸਾਡੀ ਤਾਂ ਹਰ ਸਾਲ ਇਸੇ ਬੇਸ ਤੇ। ਹੁਣ 2 ਸਾਲ ਕਰੋਨਾ ਦੇ ਛੱਡ ਦਿਓ, ਉਹਦੇ ਵਿੱਚ ਕੁਝ ਨਹੀਂ ਹੋਇਆ ਕਿਉਂਕਿ ਕੋਰਟਾਂ ਦੇ ਵਿੱਚ ਕਿਸੇ ਨੂੰ ਨਹੀਂ ਪਤਾ ਸੀ ਨਵਾਂ ਡਿਜ਼ੀਜ਼ ਸੀ। ਸ਼ੁਰੂ ਤਾਂ ਅਸੀਂ ਜਦੋਂ ਸਾਡੇ ਕੋਲ ਕੋਈ ਬੰਦਾ ਬੇਲ ਜਾਂ ਫਿਰ FIRs ਵੀ ਆਉਂਦੀ ਸੀ, ਉਹਦੇ ਕਾਗਜ਼ਾਂ ਨੂੰ ਹੱਥ ਲਾਉਣ ਤੋਂ ਵੀ ਡਰਦੇ ਸੀ ਕਿਉਂਕਿ ਇੰਨੀ ਅਫਵਾਹ ਫੈਲੀ ਸੀ ਕਿ ਕਾਗਜ਼ਾਂ ਨੂੰ ਛੂਹਣ ਨਾਲ ਵੀ ਕਰੋਨਾ ਹੋ ਜਾਂਦਾ ਹੈ। ਸੋ 2 ਸਾਲ ਛੱਡ ਕੇ ਬਾਕੀ ਟਾਈਮ ਦੇ ਵਿੱਚ ਕਦੇ ਵੀ ਇਸ ਤਰ੍ਹਾਂ ਨਹੀਂ ਹੋਇਆ ਕਿ ਸਾਡੇ ਕੋਲ ਕੋਈ ਪੁਰਾਣਾ ਕੇਸ ਪੈਂਡਿੰਗ ਹੋਵੇ। ਦੇਖੋ ਕੁਝ ਲੋਕ ਇੱਦਾਂ ਵੀ ਕਰਦੇ ਨੇ ਜਿਹੜੇ ਬਾਹਰ ਦਾ ਵਕੀਲ ਕਰ ਲੈਂਦੇ। ਮੰਨ ਲਓ ਫਿਲੌਰ ਕੇਸ ਚੱਲਦਾ, ਜਲੰਧਰ ਦਾ ਕਰ ਲਿਆ, ਫਗਵਾੜੇ ਦਾ ਕਰ ਲਿਆ, ਠੀਕ ਹੈ, ਕਿਸੇ ਲੁਧਿਆਣੇ ਦਾ ਕਰ ਲਿਆ। ਹੁਣ ਜਿਹੜਾ ਵਕੀਲ ਲੁਧਿਆਣੇ ਬੇਸਡ ਅਪ ਹੈਗਾ, ਉਹਨੇ ਫਿਲੌਰ ਆਉਣ ਨੂੰ ਉਹਨੇ 1 ਦਿਨ ਰੱਖਿਆ ਹੁੰਦਾ। ਕਈ ਵਾਰੀ ਤਾਂ 1 ਦਿਨ ਵੀ ਨਹੀਂ ਰੱਖਿਆ ਹੁੰਦਾ, ਮਿੰਤੇ ਕਰ ਹੀ ਬੁਲਾਉਣਾ ਪੈਂਦਾ। ਉਹ ਲੋਕਲ ਕਿਸੇ ਵਕੀਲ ਨੂੰ ਭੇਜ ਦਿੰਦੇ ਜਾ ਕੇ ਡੇਟ ਲੈ ਆਈ। ਉਹ ਤੁਹਾਨੂੰ ਫੋਨ ਤੇ ਕੀ ਕਹਿੰਦੇ ਨੇ? ਉਹ ਜੱਜ ਸਾਹਿਬ ਨੇ ਤਰੀਕ ਪਾਤੀ। ਉਹ ਜੱਜ ਸਾਹਿਬ ਨੇ ਨਹੀਂ ਪਾਈ ਹੁੰਦੀ, ਉਹ ਵਕੀਲ ਨੇ ਆਪ ਲਈ ਹੁੰਦੀ ਹੈ। ਜੱਜ ਸਾਹਿਬ ਨੇ ਕੀ ਕਰਨਾ? ਜੱਜ ਸਾਹਿਬ ਨੇ ਤਾਂ ਵਿਚਾਰੇ ਨੇ ਮਹੀਨੇ ਦੇ ਯੂਨਿਟ ਵੀ ਪਾਣੇ ਆ। ਜੇ ਜੱਜ ਸਾਹਿਬ ਹਰ ਕਿਸੇ ਤਰੀਕਾ ਹੀ ਪਾਣਗੇ ਤਾਂ ਉਹਦੇ ਯੂਨਿਟ ਕਿਵੇਂ ਬਣਨਗੇ? ਸਾਡੇ ਪੰਜਾਬ 'ਚ ਯੂਨਿਟ ਸਿਸਟਮ ਹੈ। ਔਰ ਤੁਹਾਨੂੰ ਦੱਸਾਂ ਪੂਰੇ ਇੰਡੀਆ ਵਿੱਚ ਯੂਨਿਟ ਸਿਸਟਮ ਸਿਰਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਹੀ ਹੈ। ਅਸੀਂ ਇੱਕ ਸਿਵਲ ਕੇਸ ਡਿਸਾਈਡ ਕਰਦੇ ਸਾਨੂੰ 6 ਯੂਨਿਟ ਮਿਲਦੇ ਆ। ਅਸੀਂ ਇੱਕ ਕ੍ਰਿਮੀਨਲ ਕੇਸ ਫੌਜਦਾਰੀ ਕੇਸ ਡਿਸਾਈਡ ਕਰਦੇ ਸਾਨੂੰ 5 ਯੂਨਿਟ ਮਿਲਦੇ ਆ। ਅਸੀਂ ਇੱਕ ਸਟੇ ਐਪਲੀਕੇਸ਼ਨ ਡਿਸਾਈਡ ਕਰਦੇ ਸਾਨੂੰ 1 ਯੂਨਿਟ ਮਿਲਦਾ ਹੈ। ਤੇ ਮਹੀਨੇ ਦੇ 135 ਪਾਣੇ ਹੁੰਦੇ ਆ। ਸੋਚੋ ਕਿੱਦਾਂ ਪਾਵਾਂਗੇ ਤੇ ਅਸੀਂ ਡਿਸਾਈਡ ਨਹੀਂ ਕਰਾਂਗੇ ਤਾਂ 135 ਮਿਨੀਮਮ ਹੈ। ਮਿਨੀਮਮ ਸੈਟਿਸਫੈਕਟਰੀ ਰਿਪੋਰਟ ਮਿਲੇਗੀ ਅਗਰ ਮੈਂ 135 ਯੂਨਿਟ ਪਾਣੀ ਆ ਤੇ 10 ਕੰਟੈਸਟਡ ਕੇਸ ਪਾਣੀ ਹੈ, 10 ਸਿਵਲ 10 ਕ੍ਰਿਮੀਨਲ, ਤਾਂ ਮੇਰੀ ਮੰਥਲੀ ਰਿਪੋਰਟ ਵੈਰੀ ਗੁੱਡ ਨਹੀਂ ਜਾਏਗੀ, ਮੇਰੀ ਜਾਏਗੀ ਸੈਟਿਸਫੈਕਟਰੀ। ਔਰ ਵੈਰੀ ਗੁੱਡਲੀ ਮੈਨੂੰ 165 ਪਾਣੇ ਪੈਣਗੇ ਅਤੇ 14 ਕੇਸ ਡਿਸਾਈਡ ਕਰਨੇ ਪੈਣਗੇ। ਇਸ ਤਰ੍ਹਾਂ ਸਾਡਾ ਮਹੀਨੇ ਦਾ ਕ੍ਰਾਈਟੇਰੀਆ ਬਣਦਾ ਵੈ। ਤੇ ਤੁਸੀਂ ਸੋਚੋ ਜੇ ਜੱਜ ਰੋਜ਼ ਤਰੀਕਾ ਹੀ ਪਾਏਗਾ ਬੈਠ ਕੇ ਤੇ 165 ਯੂਨਿਟ ਕਿੱਥੋਂ ਆਣਗੇ? ਆਸਮਾਨ ਤੋਂ ਥੋੜਾ ਟਪਕਣਗੇ। ਉਹ ਕੇਸਾਂ ਤੋਂ ਡਿਸਾਈਡ ਕਰਕੇ ਮਿਲਣੇ ਨੇ। ਤੇ ਜਿਹੜਾ ਵੀ ਕੋਈ ਕਹਿੰਦਾ ਨਾ ਤਰੀਕਾ ਪੈਂਦੀ ਹੈ, ਉਹ ਆਪਣਾ ਵਕੀਲ ਬਦਲੇ ਪਹਿਲੀ ਗੱਲ ਤਾਂ, ਠੀਕ ਹੈ। ਉਹਦਾ ਵਕੀਲ ਤਰੀਕਾ ਪਵਾ ਰਿਹਾ, ਨਾ ਕਿ ਜੱਜ ਤਰੀਕਾ ਪਵਾ ਰਿਹਾ, ਠੀਕ ਹੈ। ਤੇ ਕਦੇ ਵੀ ਇਹ ਨਹੀਂ ਸੋਚਣਾ ਕਿ ਜਿਹੜਾ ਸਰਕਾਰੀ ਵਕੀਲ ਦਿੱਤਾ ਜਾਏਗਾ ਉਹ ਘੱਟ ਕੰਮ ਕਰੇਗਾ। ਜੀ ਨਹੀਂ, ਇਹ ਵੀ ਸਾਡੇ ਸਰਕਾਰੀ ਵਕੀਲ ਨਹੀਂ ਹੈ ਤੇ ਇਹਨਾਂ ਕੋਲ ਆਪਣਾ ਪ੍ਰਾਈਵੇਟ ਕੰਮ ਵੀ ਹੈਗਾ। ਬਟ ਇਹ ਸਿਰਫ ਇੱਕ ਹੁੰਦਾ ਨਾ ਕਿ 2 ਰੀਜ਼ਨ ਹੁੰਦੇ ਆ। ਦੇਖੋ ਫ੍ਰੀ ਲੀਗਲ ਏਡ 'ਚ ਆਉਣ ਦੇ, ਜਦੋਂ ਆਪਾਂ ਨਵੇਂ ਹੁੰਦੇ ਨਾ, ਲੋਕੀ ਸਾਨੂੰ ਜਾਣਦੇ ਨਹੀਂ ਹੁੰਦੇ। ਤੁਸੀਂ ਵੀ ਜਾਣਦੇ ਹੋ, ਕੋਈ ਵੀ ਪ੍ਰੋਫੈਸ਼ਨ ਆਪਾਂ ਨਵਾਂ ਕਰੀਏ, ਆਪਾਂ ਨੂੰ ਉਸ ਪ੍ਰੋਫੈਸ਼ਨ 'ਚ ਜਾਂ ਆਲੇ ਦੁਆਲੇ ਲੋਕ ਨਹੀਂ ਜਾਣਦੇ। ਫ੍ਰੀ ਲੀਗਲ ਤੇ ਏਡ ਤੇ ਆਉਂਦੇ ਹੋ ਤਾਂ 10 ਲੋਕ ਤੁਹਾਨੂੰ ਜਾਣਦੇ ਆ। ਤੁਹਾਡਾ ਇੱਕ ਆਪਣੀ ਆਈਡੈਂਟੀਟੀ ਬਣਦੀ ਹੈ। ਇਸ ਕਰਕੇ ਲੋਕ ਫ੍ਰੀ ਆਫ ਕਾਸਟ ਕਰਦੇ ਕਿ ਚਲੋ ਮੇਰਾ ਨਾਮ ਹੋਏਗਾ, ਮੈਂ ਕਿਸੇ ਨੂੰ ਜਿਤਾਵਾਂਗਾ, ਕਿਸੇ ਦਾ ਕਰਕੇ ਦੇਵਾਂਗਾ, ਅੱਗੇ ਜਾ ਕੇ 10 ਲੋਕਾਂ ਨੂੰ ਦੱਸੇਗਾ। ਫਿਰ ਇਹ ਦੇਖ ਲੈਂਦੇ ਕਿ ਜਿਹਦੀ ਪੇਇੰਗ ਕੈਪੈਸਿਟੀ ਉਹਦੇ ਕੋਲ ਲੈ ਲਓ। ਪਰ ਉਹ ਵਾਲੇ ਕੇਸ 'ਚ ਨਹੀਂ ਜਿਹੜਾ ਸਰਕਾਰ ਨੇ ਅਲਾਟ ਕੀਤਾ, ਆਪਣੇ ਲੈਵਲ ਤੇ ਲੈਂਦੇ ਉਹ ਵੀ
ਇਹ ਨਹੀਂ ਕਿ ਜੇ ਮੈਂ ਕਈ ਕੇਸ ਇਹਨਾਂ ਨੂੰ ਪ੍ਰੀ ਲੀਗਲ ਏਡ ਵੱਲੋਂ ਭੇਜਿਆ ਤੇ ਉਸ ਕੇਸ 'ਚ ਪੈਸੇ ਮੰਗਣ ਲੱਗ ਜਾਣਗੇ। ਨਾ, ਅਗਰ ਕੋਈ ਐਡਵੋਕੇਟ ਫ੍ਰੀ ਲੀਗਲ ਏਡ ਕੇਸ ਦੇ ਵਿੱਚ ਪੈਸੇ ਮੰਗੇਗਾ ਤਾਂ ਉਹਦੀ ਕੰਪਲੇਂਟ ਹੋਏਗੀ, ਉਹਨੂੰ ਡੀ ਪੈਨਲ ਕਰ ਦਿੱਤਾ ਜਾਏਗਾ, ਉਹਨੂੰ ਪੈਨਲ 'ਚੋਂ ਅਸੀਂ ਕੱਢ ਦਿੰਦੇ ਆ ਜਿਹੜਾ ਪੈਸੇ ਮੰਗਦਾ ਹੈ। ਵੈਸੇ ਅੱਜ ਤੱਕ ਕਦੇ ਕਿਸੇ ਦੀ, ਮੈਨੂੰ ਇੰਨੇ ਸਾਲ ਹੋ ਗਏ, 7 ਸਾਲ ਹੋ ਗਏ ਮੈਨੂੰ, ਵੈਸੇ 12 ਸਾਲ ਨੌਕਰੀ 'ਚ ਹੋਣ ਵਾਲੇ ਨੇ, 7 ਸਾਲ ਹੋ ਗਏ ਮੈਨੂੰ ਸਬ ਡਿਵੀਜ਼ਨ ਲੀਗਲ ਸਰਵਿਸ ਅਥਾਰਟੀ ਦੇ ਚੇਅਰਮੈਨ, ਮੈਨੂੰ ਅੱਜ ਤੱਕ ਇੱਕ ਵੀ ਐਡਵੋਕੇਟ ਦੇ ਖਿਲਾਫ ਇਹ ਕੰਪਲੇਂਟ ਨਹੀਂ ਆਈ ਕਿ ਇਹਨੇ ਸਾਡੇ ਤੋਂ ਪੈਸੇ ਮੰਗੇ ਆ, ਕਿਉਂਕਿ ਸੱਚੀ ਮੁੱਚੀ ਨਹੀਂ ਮੰਗਦੇ। ਅਗਲੇ ਨੇ ਕੀ ਕਰਨਾ, 8000 ਰੁਪਏ ਗਵਰਨਮੈਂਟ ਦੇ ਰਹੀ ਉਹਨੂੰ ਇੱਕ ਕੇਸ ਦਾ, ਤੇ ਉਹਨੇ ਤੁਹਾਡੇ ਤੋਂ ਪੈਸੇ ਲੈ ਕੇ ਕੀ ਕਰਨਾ। ਤਾਂ ਇਸ ਕਰਕੇ ਆਪਣੇ ਨਾਲਦਿਆਂ ਨੂੰ ਵੀ ਦੱਸਿਓ ਕਿ ਸਰਕਾਰੀ ਵਕੀਲ ਵੀ ਉਨੇ ਹੀ ਵਧੀਆ ਹੁੰਦੇ ਆ ਜਿੰਨੇ ਪ੍ਰਾਈਵੇਟ, ਬਲਕਿ ਉਹਨਾਂ ਨੂੰ ਵਧੀਆ ਕੰਮ ਕਰਦੇ, ਉਹਨਾਂ ਕੋਲ ਕੰਮ ਥੋੜਾ ਹੁੰਦਾ ਕਿਉਂਕਿ ਉਹ ਨਵੇਂ ਆਏ ਹੁੰਦੇ ਆ ਪ੍ਰੋਫੈਸ਼ਨ ਦੇ ਵਿੱਚ, ਬਟ ਪੜ੍ਹਾਈ ਤਾਂ ਉਹੀ ਕਰਕੇ ਆਏ ਨਾ, ਇੱਦਾਂ ਤਾਂ ਨਹੀਂ ਹੈ। ਫਿਰ ਅੱਜ ਕੱਲ੍ਹ ਤਾਂ ਹੁਣ ਅਸੀਂ ਪ੍ਰੋ ਬੋਨੋ ਐਡਵੋਕੇਟ ਵੀ ਦਿੰਦੇ ਆ। ਇੱਕ ਨਾ ਗਵਰਨਮੈਂਟ ਨੇ ਹੋਰ ਸਕੀਮ ਸ਼ੁਰੂ ਕੀਤੀ, ਪ੍ਰੋ ਬੋਨੋ ਐਡਵੋਕੇਟ। ਪ੍ਰੋ ਬੋਨੋ ਐਡਵੋਕੇਟ ਕੀ ਹੁੰਦੇ, ਜਿਹੜੇ ਐਡਵੋਕੇਟ ਸੀਨੀਅਰ ਨੇ, ਜਿਨ੍ਹਾਂ ਦੀ 20 ਸਾਲ ਪ੍ਰੈਕਟਿਸ ਨੂੰ ਹੋ ਗਏ, 15 ਸਾਲ ਹੋ ਗਏ, ਹਰ ਕੇਸ ਨੂੰ ਅਸੀਂ ਇੱਕ ਲੀਗਲ ਏਡ ਵਕੀਲ ਦੇ ਨਾਲ ਪ੍ਰੋ ਬੋਨੋ ਵੀ ਦਿੰਦੇ ਆ ਕਿ ਕਿਸੇ ਨੂੰ ਇਹ ਨਾ ਲੱਗੇ ਕਿ ਸਾਡੇ ਕੇਸ ਦੇ ਵਿੱਚ ਜੇ ਅਸੀਂ ਵਧੀਆ ਵੱਡਾ ਵਕੀਲ ਕੀਤਾ ਹੁੰਦਾ ਸਾਡੇ ਜਿੱਤ ਜਾਂਦੇ। ਤਾਂ ਉਹਦੇ ਨਾਲ ਕੀ ਹੁੰਦਾ ਕਿ ਜਿਹੜਾ ਪ੍ਰੋ ਬੋਨੋ ਐਡਵੋਕੇਟ ਆ ਉਹ ਵੀ ਤੁਹਾਡੇ ਕੇਸ 'ਚ ਨਾਲ ਅਪੀਅਰ ਹੁੰਦਾ। ਜਿਹੜੇ ਛੋਟੇ ਏਜ ਦੇ ਐਡਵੋਕੇਟ ਨੇ, ਜਿਹੜੇ ਪੈਨਲ ਐਡਵੋਕੇਟ ਨੇ, ਉਹਨਾਂ ਨੂੰ ਉਹ ਗਾਈਡੈਂਸ ਦੇ ਸਕਦੇ ਆ ਕਿ ਇਸ ਕੇਸ ਨੂੰ ਇੱਦਾਂ ਨਹੀਂ ਇੱਦਾਂ ਡੀਲ ਕਰ ਲਓ, ਉਹਨਾਂ ਕੋਲ ਇਹ ਸਲਾਹ ਲੈ ਸਕਦੇ ਨੇ। ਸੋ ਇਸ ਕਰਕੇ ਹੁਣ ਇੰਨੀਆਂ ਫੈਸਿਲਿਟੀਜ਼ ਨੇ, ਉਹਨਾਂ ਨੂੰ ਤੁਸੀਂ ਲੈਣ ਵਾਲੇ ਬਣੋ। ਗਵਰਨਮੈਂਟ ਨੇ ਤਾਂ ਇੰਨਾ ਕਰ ਦਿੱਤਾ ਕਿ ਜਦੋਂ ਜਸਟਿਸ ਐਟ ਯੋਰ ਡੋਰ ਸਟੈਪ ਹੁੰਦਾ ਨਾ, ਕਿ ਤੁਹਾਡੇ ਦਰਵਾਜ਼ੇ 'ਤੇ ਨਿਆਂ ਆ ਰਿਹਾ, ਤੁਸੀਂ ਲੈਣ ਵਾਲੇ ਬਣੋ। ਤੇ ਕਦੇ ਵੀ ਇੱਦਾਂ ਨਾ ਕਰੋ ਕਿ ਕੋਰਟ 'ਚ ਪੇਸ਼ ਨਹੀਂ ਹੋਣਾ, ਆਪਣਾ ਪੱਖ ਜ਼ਰੂਰ ਰੱਖੀਦਾ ਹੁੰਦਾ ਹੈ। ਜੇ ਤੁਸੀਂ ਪੱਖ ਨਹੀਂ ਰੱਖੋਗੇ ਤਾਂ ਦੂਜੀ ਧਿਰ ਦੇ ਖਿਲਾਫ ਤਾਂ, ਦੂਜੀ ਧਿਰ ਦੇ ਫੇਵਰ ਤਾਂ ਉਹ ਹੋ ਹੀ ਜਾਣਾ ਕੇਸ। ਵੈਸੇ ਵੀ ਕੋਈ ਬਹੁਤ ਹੀ ਵਿਰਲਾ ਕੇਸ ਹੁੰਦਾ ਜਿਹੜਾ ਐਕਸਪਰਟੀ ਹੋਵੇ ਤਾਂ ਉਹ ਡਿਸਮਿਸ ਹੋ ਜਾਏ, ਬੰਦਾ ਡਿਕਰੀ ਕਰ ਦਿੰਦੇ ਨੇ ਕਿ ਦੂਜਾ ਪਾਸਾ ਆਇਆ ਹੀ ਨਹੀਂ ਜਦ, ਤੇ ਇਹਦਾ ਮਤਲਬ ਉਹ ਝੂਠਾ ਹੀ ਹੋਣਾ, ਤਾਂ ਹੀ ਨਹੀਂ ਆਇਆ ਆਪਣਾ ਪੱਖ ਰੱਖਣ ਲਈ। ਠੀਕ ਹੈ ਨਾ, ਇਹ ਪ੍ਰਜ਼ੰਪਸ਼ਨ ਹੋ ਜਾਂਦੀ ਹੈ ਨਾ ਕਿ ਜੇ ਤੁਸੀਂ ਨਹੀਂ ਆਏ ਤਾਂ ਤੁਸੀਂ ਗਲਤੀ ਹੋ, ਤਾਂ ਹੀ ਨਹੀਂ ਆਏ ਹੈਗੇ। ਦੂਸਰੀ ਚੀਜ਼, ਸਾਡੀਆਂ ਲੋਕ ਅਦਾਲਤਾਂ ਵੀ ਲੱਗਦੀਆਂ ਨੇ। ਲੋਕ ਅਦਾਲਤਾਂ ਵਿੱਚ ਅਸੀਂ ਜਿਹੜੇ ਕੇਸਿਸ ਹੈਗੇ ਉਹ ਤਕਰੀਬਨ ਕੋਸ਼ਿਸ਼ ਕਰਦੇ ਕੰਪਰੋਮਾਈਜ਼ ਦੇ ਵੇਸ ਸੋਲਵ ਕਰੀਏ, ਕਿਉਂਕਿ ਜੇ ਆਪਾਂ ਕਿਸੇ ਦੇ ਖਿਲਾਫ ਇੱਕ ਤਰਫਾ ਫੈਸਲਾ ਕਰਾਂਗੇ, ਕਿਸੇ ਦੇ ਵੀ ਹੱਕ 'ਚ, ਪਲੈਂਟਿਵ ਦੇ ਚਾਹੇ ਡਿਫੈਂਡੈਂਟ ਦੇ, ਠੀਕ ਹੈ, ਚਾਹੇ ਮੁਦਈ ਦੇ ਜਾਂ ਮੁਦਾਇਲੇ ਦੇ, ਬਟ ਉਹਦੇ ਵਿੱਚ ਕੀ ਹੁੰਦਾ, ਕੋਈ ਇੱਕ ਧਿਰ ਜਿੱਤੇਗੀ, ਹੈ ਨਾ, ਜਿਹੜੀ ਹਾਰੇਗੀ ਉਹ ਉੱਪਰ ਅਪੀਲ ਕਰ ਦੇਗੀ। ਲੋਕ ਅਦਾਲਤ 'ਚ ਇੱਦਾਂ ਨਹੀਂ ਹੁੰਦਾ। ਲੋਕ ਅਦਾਲਤ ਦੋਨੋਂ ਪਾਰਟੀਆਂ ਨੂੰ ਸਾਹਮਣੇ ਬਿਠਾ ਕੇ ਉਹਨਾਂ ਦੀ ਦੋਨਾਂ ਦੀ ਗੱਲ ਸੁਣ ਕੇ ਜੋ ਉਹਨਾਂ ਦੋਨਾਂ ਨੂੰ ਇਕੱਠੇ ਜੱਜਦਾ ਹੈ, ਉਹਦੇ ਬੇਸਿਸ ਤੇ ਆਪਾਂ ਜਿਹੜਾ ਹੈਗਾ ਵੈ ਉਹ ਰਾਜੀਨਾਮਾ ਕਰਾਉਣ ਦੀ ਕੋਸ਼ਿਸ਼ ਕਰਦੇ। ਖਾਸ ਕਰਕੇ ਆਪਾਂ ਉੱਥੇ ਕਰਦੇ ਜਿੱਥੇ ਫੈਮਿਲੀ ਡਿਸਪਿਊਟ ਹੋ, ਹਸਬੈਂਡ ਵਾਈਫ ਦਾ ਡਿਸਪਿਊਟ ਹੈ, ਪਿਓ ਪੁੱਤਰ ਦਾ, ਭਰਾ ਦਾ। ਤੇ ਇਹ ਜਿੱਦਾਂ ਫੈਮਿਲੀ ਡਿਸਪਿਊਟਸ ਨੇ, ਜਾਂ ਬੈਂਕ ਵਾਲਿਆਂ ਵਾਲੇ, ਜਦੋਂ ਬੈਂਕ ਨੇ ਰਿਕਵਰੀ ਕਰਨੀ, ਬੈਂਕ ਵਿਆਜ ਨਹੀਂ ਘਟਾ ਰਿਹਾ ਸੀ, ਅੱਜ ਵੀ ਮੈਂ ਬਹੁਤ ਲੋਕਾਂ ਦੇ ਵਿਆਜ ਮਾਫ ਕਰਾ ਕੇ ਆਈ ਹਾਂ। ਤੇ ਅਸੀਂ ਕਹਿੰਦੇ ਹਾਂ ਤਾਂ ਮੰਨ ਜਾਂਦਾ ਬੈਂਕ, ਕਿਸ਼ਤਾਂ ਕਰਨ ਨੂੰ ਵੀ ਮੰਨ ਜਾਂਦਾ ਵੈ, ਬਿਆਨ ਲਿਖਾ ਲੈ ਕੇ ਉਹਨਾਂ ਨੂੰ ਕਹਿ ਦੇਈਦਾ, ਜਦ ਬਿਆਨ ਲਿਖਾਤੇ ਅਗਲੇ ਨੇ ਕਿ ਇੰਨਾ ਮਾਫ ਕਰ ਦਿਓ, ਇੰਨੇ ਮੰਥ ਵਿੱਚ ਕਰ ਦਾਂਗਾ ਪੇ, ਤੇ ਜੇ ਨਹੀਂ ਹੋਏਗਾ ਤਾਂ ਤੁਸੀਂ ਪੂਰੇ ਪੈਸੇ ਵਸੂਲ ਕਰ ਲਿਓ, ਨਹੀਂ ਕਰ ਪਾਇਆ ਅਗਲਾ। ਤਾਂ ਇਹ ਜਿਹੜੇ ਛੋਟੇ ਚੀਜ਼ਾਂ ਹੈਗੀਆਂ, ਇਹ ਆਪਾਂ ਲੋਕ ਅਦਾਲਤਾਂ ਵਿੱਚ ਵੀ ਕਰ ਸਕਦੇ ਹੈਗੇ ਆ। ਉਹਦੇ ਨਾਲ ਕੀ ਹੁੰਦਾ, ਇੱਕ ਤਾਂ ਮਤਲਬ ਥੋੜਾ ਪੈਸੇ ਬਚ ਜਾਂਦੇ। ਜਿਹੜਾ ਕੋਈ ਕਿਸਾਨ ਵਗੈਰਾ ਬੰਦਾ ਹੈ, ਜਿਵੇਂ ਹੁਣ ਲਿਮਟਾਂ ਬਣਵਾਉਂਦੇ ਤੁਸੀਂ ਆਪਣੀ ਪ੍ਰਾਪਰਟੀ ਪੈਲੀ ਦੇ ਉੱਤੇ, ਹੈ ਨਾ, ਉਹ ਲਿਮਿਟ ਕਈ ਵਾਰੀ ਕੀ ਹੁੰਦਾ ਕਿ ਪੈਸੇ ਨਹੀਂ ਦੇ ਹੁੰਦੇ, ਤਾਂ ਉਹ ਲਿਮਿਟ ਦੀ ਜਿਹੜੀ ਕਿਸ਼ਤ ਉਹਦੀ ਟੁੱਟ ਜਾਂਦੀ ਹੈਗੀ ਆ। ਉਹ 1 ਸਾਲ ਟੁੱਟੀ, 2 ਸਾਲ ਟੁੱਟੀ, ਫਿਰ ਉਹ NPA 'ਚ ਪਾ ਨੋਨ ਪ੍ਰੋਡਕਟਿਵ ਅਕਾਊਂਟ 'ਚ ਪਾ ਦਿੰਦੇ ਨੇ ਉਹ, ਕਿਉਂਕਿ ਬੈਂਕ ਨੂੰ ਉਹਨਾਂ ਫਾਇਦਾ ਨਹੀਂ ਹੋ ਰਿਹਾ ਹੁੰਦਾ, ਕਿਉਂਕਿ ਉਹਦਾ ਪੈਸਾ ਨਹੀਂ ਆ ਰਿਹਾ ਹੁੰਦਾ। ਫਿਰ ਉਹ ਇੱਕ ਅੱਜ ਬੰਦਾ ਸੀਗਾ, ਉਹਨੇ ਲਏ ਸੀ 9 ਲੱਖ ਰੁਪਏ, ਬੈਂਕ ਨੇ 26 ਲੱਖ ਰੁਪਏ ਬਣਾਤਾ ਉਹਦਾ ਵਿਆਜ ਸਣੇ। 2016 ਤੋਂ ਲੈ ਕੇ 22 ਤੱਕ ਦਾ 22 ਲੱਖ ਰੁਪਏ ਬਣਾਤਾ ਬੈਂਕ ਨੇ। ਫਿਰ ਉਹਨੂੰ ਬੜਾ ਕਹਿ ਕਵਾ ਕੇ ਹੁਣੇ ਉਹਦਾ ਉਹ ਕੇਸ ਹਲੇ ਵੀ ਪੈਂਡਿੰਗ, ਉਹ ਕਹਿੰਦੇ 13 ਲੱਖ ਤੋਂ ਘੱਟ ਸੀ, ਫਿਰ ਵੀ ਨਹੀਂ ਲੈਣਾ। ਯਾਨੀ ਕਿ ਜਿੰਨਾ ਉਹਨੇ ਪੈਸੇ ਲਏ ਸੀ ਉਹ ਤੋਂ ਵੱਧ ਉਹਨੂੰ ਉਹਨੇ ਉਹ 'ਚ ਵੀ 3 ਲੱਖ ਪੇ ਕੀਤੇ ਵੀ ਹੋਏ ਨੇ, ਐ ਨਹੀਂ ਉਹਨੇ ਕੁਝ ਨਹੀਂ ਦਿੱਤਾ, ਉਹਨੇ 3 ਲੱਖ ਪੇ ਕੀਤੇ, ਉਸ ਤੋਂ ਬਾਵਜੂਦ ਬੈਂਕ ਅੜਿਆ ਕਿ 13 ਲੱਖ ਹੀ ਲੈਣੇ ਆ। ਤਾਂ ਇਸ ਕਰਕੇ ਜਦੋਂ ਲਿਮਟ ਬਣਵਾਉਂਦੇ ਹੋ, ਪਹਿਲੀ ਗੱਲ ਤਾਂ ਮੈਂ ਇਹ ਕਹਾਂਗੀ ਕਿ ਜਿਸ ਪਰਪਸ ਲਈ ਲਿਮਟ ਬਣਵਾਉਂਦੇ ਹੋ ਨਾ, ਉਹ ਪਰਪਸ ਲਈ ਪੈਸੇ ਯੂਜ਼ ਕਰੋ, ਨਾ ਕਿ ਬੱਚਿਆਂ ਨੂੰ ਕੈਨੇਡਾ ਵਗੈਰਾ ਭੇਜਣ ਲਈ। ਤੇ ਆਪਣੀ ਪੈਲੀ ਤੇ ਲਿਮਟ ਬਣਵਾ ਲੈਂਦੇ ਹੋ, ਬੱਚੇ ਨੂੰ ਬਾਹਰ ਭੇਜ ਦਿੰਦੇ ਹੋ, ਬੱਚਾ ਪੈਸੇ ਭੇਜਦਾ ਨਹੀਂ ਬਾਹਰੋਂ, ਫਿਰ ਤੁਸੀਂ ਕੌਣ ਕਰਜ਼ਦਾਰ ਹੋ ਕੇ ਬਹਿ ਜਾਂਦਾ, ਕਿਹਦੀ ਪੈਲੀ ਬੰਨੀ ਗਈ। ਦੇਖੋ ਤੁਸੀਂ ਤਾਂ ਦੋਨੋਂ ਹੱਥ ਵਢਾ ਕੇ ਬਹਿ ਗਏ। ਇਹ ਲੋਕਾਂ ਨੂੰ ਪਿੰਡਾਂ ਜ਼ਰੂਰ ਦੱਸੋ ਕਿ ਜਿਹੜੇ ਪਰਪਸ ਲਈ ਲਿਮਿਟ ਬਣਵਾ ਰਹੇ ਹੋ, ਉਸੇ ਪਰਪਸ ਤੇ ਪੈਸੇ ਖਰਚ ਕਰੋ, ਤਾਂ ਕਿ ਤੁਹਾਨੂੰ ਆਪਣਾ ਬੁਢਾਪਾ ਨਾ ਰੋਲਣਾ ਪਵੇ ਕਚਹਿਰੀਆਂ 'ਚ ਜਾ ਕੇ। ਦੂਜਾ ਜਿਹੜਾ ਇਹ ਪੋਲੀਟੀਕਲ ਪਾਰਟੀਜ਼ ਦੇ ਲੋਲੀਪੌਪ ਚਾ ਦਿੰਦੇ ਆਪਾਂ ਕਿ ਮਾਫ ਹੋ ਜਾਏਗੀ, ਉਹ ਮਾਫੀ ਕਦੇ ਨਹੀਂ ਆਈ ਹੈਗੀ। ਕੋਈ ਕਦੇ ਮਤਲਬ ਰੇਅਰ ਹੀ ਸੁਣਿਆ ਮੈਂ ਮਾਫੀ ਆਈ ਹੋਵੇ। ਉਹ ਮਾਫੀ ਦੇ ਚੱਕਰਾਂ 'ਚ ਪੇ ਕਰਕੇ ਆਪਣੀ ਲਿਮਿਟ ਦੀ ਕਿਸ਼ਤ ਨਹੀਂ ਤੋੜੀ ਦੀ ਹੁੰਦੀ। ਮਾਫੀ ਆਊਗੀ ਤਾਂ ਇੱਕ ਜੈਕਪੋਟ ਹੈ, ਲੱਗ ਗਿਆ, ਨਹੀਂ ਲੱਗ ਗਿਆ, ਨਾ ਲੱਗ ਗਿਆ। ਤੇ ਹੁਣ ਮਾਫੀ ਦੇ ਚੱਕਰਾਂ 'ਚ ਲੋਕੀ ਪੈਸੇ ਨਹੀਂ ਪੇ ਕਰਦੇ, ਉਹ ਤਾਂ ਵੀ ਦੇਖੋ ਇੰਟਰਸਟ ਦਾ ਮੀਟਰ ਤਾਂ ਘੁੰਮੀ ਜਾਣਾ। ਅੱਜ ਦੀ ਕਿਸ਼ਤ ਨਹੀਂ ਪੇ ਕੀਤੀ ਤਾਂ ਅਗਲੇ ਮਹੀਨੇ ਡਬਲ ਉਹ ਕੰਪਾਊਂਡਿੰਗ ਇੰਟਰਸਟ ਲਗਾਉਂਦੇ ਬੈਂਕ ਵਾਲੇ। ਤੇ ਮੈਨੂੰ ਅੱਜ ਦੇਖ ਕੇ ਹੈਰਾਨੀ ਹੋ ਰਹੀ ਸੀ, 5-5 ਲੱਖ ਦੇ ਲੋਨ ਨੂੰ ਉਹਨਾਂ ਨੇ 25-30 ਲੱਖ ਰੁਪਏ ਬਣਾਇਆ ਹੋਇਆ ਵਿਦ ਇੰਟਰਸਟ। ਫਿਰ ਪੇ ਕਿੱਥੋਂ ਕਰਨਾ? ਪਹਿਲੀ ਤਾਂ ਉਹੀ ਪੈਲੀ ਨੇ ਥੋੜਾ ਵੱਧ ਜਾਣਾ। ਆਪਾਂ ਪੈਲੀ ਦੀ ਤਾਂ ਇੱਕ ਵਪਾਈ ਜੋ ਹੈਗੀ ਉਹੀ ਰਹਿਣੀ ਹੈਗੀ ਹੈ, ਉਹਦੀ ਜੋ ਪੈਦਾਵਾਰ ਹੈ ਉਹ ਵੀ ਉਨੀ ਰਹਿਣੀ ਹੈ, ਉਹਦੇ ਜਿਹੜਾ ਠੇਕਾ ਆਣਾ ਉਹ ਵੀ ਉਹੀ ਰਹਿਣਾ ਹੈਗਾ ਵੈ, ਤੇ ਪੈਸੇ ਉਹਨਾਂ ਦੇ ਇੰਟਰਸਟ ਵਧੀ ਜਾ ਰਿਹਾ, ਕਿੱਥੋਂ ਪੇ ਕਰਨਾ ਉਹ। ਤੇ ਇਹੋ ਜਿਹੇ ਜਿਹੜੇ ਮਸਲੇ ਹੈਗੇ ਅਸੀਂ ਉਹ ਲੋਕ ਅਦਾਲਤਾਂ ਵਿੱਚ ਨਿਬੇੜਦੇ ਹਾਂ। ਕੋਸ਼ਿਸ਼ ਕਰੀਦੀ ਹੈ ਕਿ ਤਕਰੀਬਨ ਸਾਰਾ ਇੰਟਰਸਟ ਮਾਫ ਕਰਾ ਦਈਏ,
ਤੇ ਜੇ ਕਿਸੇ ਦਾ ਕੋਈ ਇਦਾਂ ਦਾ ਕੇਸ ਹੈ ਤੇ ਉਹ ਲੋਕ ਅਦਾਲਤਾਂ 'ਚ ਲਵਾਓ ਆਪਣਾ ਕੇਸ। ਉਸ ਤੋਂ ਇਲਾਵਾ ਸਾਡੀ ਹੋਰ ਵੀ ਸਕੀਮਸ ਹੈਗੀਆਂ, ਜਿਵੇਂ ਹਿੱਟ ਐਂਡ ਰਨ ਕੇਸ ਹੈ, ਕੋਈ ਗੱਡੀ ਮਾਰ ਗਈ ਕਿਸੇ ਨੂੰ, ਬੰਦਾ ਮਰ ਗਿਆ ਰੋਡ ਤੇ, ਪਤਾ ਨਹੀਂ ਲੱਗਿਆ ਕਿਹੜਾ ਵਹੀਕਲ ਮਾਰ ਗਿਆ, ਨਾ ਵਹੀਕਲ ਦਾ ਨੰਬਰ ਪਤਾ ਨਾ ਡਰਾਈਵਰ ਦਾ ਨਾਂ ਪਤਾ। ਜੇ ਮੰਨ ਲਓ ਵਹੀਕਲ ਪਤਾ ਵੀ ਲੱਗ ਗਿਆ, ਕਈ ਵਾਰੀ ਫਿਰ ਪਤਾ ਨਹੀਂ ਹੁੰਦਾ ਕਿ ਇਹ ਵਹੀਕਲ ਇੰਸ਼ੋਰਡ ਹੈ ਕਿ ਨਹੀਂ ਹੈ। ਜੇ ਤਾਂ ਇੰਸ਼ੋਰਡ ਹੈਗਾ ਫਿਰ ਤਾਂ ਇੰਸ਼ੋਰੈਂਸ ਕੰਪਨੀ ਪੈਸੇ ਦੇਗੀ, ਜੇ ਨਹੀਂ ਵਹੀਕਲ ਇੰਸ਼ੋਰਡ ਹੈਗਾ ਤਾਂ ਤੁਸੀਂ 2 ਲੱਖ ਰੁਪਏ ਤੱਕ ਦਾ ਮੁਆਵਜ਼ਾ ਜਿਹੜਾ ਹੈਗਾ ਸਾਡੀ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਤੋਂ ਲੈ ਸਕਦੇ ਹੋ। ਇੱਦਾਂ ਹੀ ਐਸਿਡ ਅਟੈਕ ਵਿਕਟਮਸ ਜਿਹੜੇ ਹੈਗੇ, ਜਿਹਦੇ ਕਿਸੇ ਬੱਚੇ ਦੇ ਮੂੰਹ ਤੇ ਤੇਜ਼ਾਬ ਫੈਕ ਜਾਏ, ਕਿਸੇ ਕੁੜੀ ਦੇ ਮੂੰਹ ਦੇ ਉੱਤੇ ਕੋਈ ਬੰਦਾ, ਤੇ ਉਹਨੂੰ ਵੀ 5 ਲੱਖ ਰੁਪਏ ਮਿਲਦੇ ਹੈਗੇ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਵੱਲੋਂ। ਉਸ ਤੋਂ ਇਲਾਵਾ ਗੈਂਗ ਰੇਪ ਦੇ ਕੇਸ ਦੇ ਵਿੱਚ, ਰੇਪ ਦੇ ਕੇਸ ਦੇ ਵਿੱਚ, ਸਭ ਦੇ ਵਿੱਚ ਮੁਆਵਜ਼ੇ ਤੁਹਾਨੂੰ ਇਹ ਪੈਂਫਲੇਟਸ ਦੇ ਉਹਦੇ ਰੇਟਸ ਲਿਖੇ ਹੋਏ ਆ, ਤੇ ਮਤਲਬ ਉਹਦੇ ਮੁਆਵਜ਼ੇ ਦੀ ਦਰਾਂ ਲਿਖੀਆਂ ਹੋਈਆਂ ਕਿ ਦਰ ਤੇ ਉਹ ਮਿਲਦੇ ਹੈਗੇ ਆ। ਤਾਂ ਇਹ ਵੀ ਜਿਹੜਾ ਹੈਗਾ ਲੋਕਾਂ ਨੂੰ ਜ਼ਰੂਰ ਦੱਸੋ ਕਿ ਇਹ ਤੁਸੀਂ ਮੁਆਵਜ਼ਾ ਲੈ ਸਕਦੇ ਹੋ। ਲੋਕਾਂ ਨੂੰ ਨਹੀਂ ਪਤਾ ਕਿ ਉਹਨਾਂ ਨੂੰ ਮਿਲ ਸਕਦਾ ਮੁਆਵਜ਼ਾ। ਲੋਕੀ ਸੋਚਦੇ ਆ ਕਿ ਕੌਣ ਦੇਗਾ, ਕਿਉਂਕਿ ਕਈ ਵਾਰੀ ਐਕਸੀਡੈਂਟ ਕੇਸ ਪਤਾ ਨਹੀਂ ਲੱਗਦਾ ਕਿ ਕੌਣ ਮਾਰ ਗਿਆ, ਕਿੱਦਾਂ ਮਾਰ ਗਿਆ, ਤੇ ਇਹਨਾਂ ਕੇਸਾਂ ਦੇ ਵੀ 2 ਲੱਖ ਰੁਪਏ ਤੱਕ ਦਾ ਮੁਆਵਜ਼ਾ ਬੰਦਾ ਲੈ ਸਕਦਾ ਹੈਗਾ ਵੇ। ਤੇ ਇਸ ਤਰ੍ਹਾਂ ਜਿਹੜੀ ਹੈਗੀਆਂ ਇਹ ਸਾਰੀਆਂ ਸੇਵਾਵਾਂ ਤੁਸੀਂ ਜ਼ਰੂਰ ਅੱਗੇ ਤੋਂ ਅੱਗੇ ਲੋਕਾਂ ਨੂੰ ਦੱਸਣੀਆਂ। ਪੈਂਫਲੇਟਸ ਕੁਝ ਛੱਡ ਵੀ ਜਾਵਾਂਗੇ, ਤੇ ਜਿਹੜੇ ਬੰਦੇ ਜਿਹੜੇ ਏਰੀਆ ਤੋਂ ਆਏ ਆਪਣੇ ਏਰੀਆ 'ਚੋਂ ਜੋ ਮੈਂ ਦੱਸਿਆ ਉਹ ਪਲੀਜ਼ ਅੱਗੇ ਕਨਵੇ ਕਰਨਾ। ਥੈਂਕ ਯੂ। ਅੱਜ ਪਿੰਡ ਘੁੜਕਾ ਦੇ ਵਿੱਚ ਜਵਾਲ ਫਾਰਮ ਦੇ ਵਿੱਚ ਇਲਾਕੇ ਦੀਆਂ ਜਿੰਨੀਆਂ ਵੀ ਪੰਚਾਇਤਾਂ, ਮੈਂਬਰ ਪੰਚਾਇਤ, ਸਾਰੇ ਮੁਤਬਰ ਵਿਅਕਤੀਆਂ ਨੇ ਇੱਥੇ ਇਕੱਠੇ ਹੋ ਕੇ ਜਿਹੜੀ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਦੇ ਰਿਗਾਰਡਿੰਗ ਜਿਹੜਾ ਸੈਮੀਨਾਰ ਹੋਇਆ, ਇਹਦੇ ਵਿੱਚ ਮੈਡਮ ਸ਼ਿਲਪੀ ਗੁਪਤਾ ਜੋ ਚੇਅਰਮੈਨ ਹੈਗੇ ਆ ਸਟੇਟ ਲੀਗਲ ਸਰਵਿਸ ਅਥਾਰਟੀ ਫਲੋਰ ਦੇ, ਉਹਨਾਂ ਨੇ ਸਾਰੀਆਂ ਜਿੰਨਾ ਵੀ ਦੱਸ ਸਕਦੇ ਸੀਗੇ ਕਿ ਇਸ ਜਿਹੜੀ ਮੁਹਿੰਮ ਚੱਲ ਰਹੀ ਹੈ DLSA ਦੀ, ਕਿਸ ਤਰ੍ਹਾਂ ਆਮ ਬੰਦਿਆਂ ਨੂੰ ਆਪਾਂ ਇਹਦੀ ਸਹਾਇਤਾ ਮਿਲ ਸਕਦੀ ਹੈਗੀ ਆ, ਉਹਦੇ ਵਾਸਤੇ ਹਰ ਤਰੀਕੇ ਨਾਲ ਜਾਗਰੂਕ ਕਰਾਇਆ। ਤੇ ਹਰ ਇੱਕ ਪੰਚਾਇਤਾਂ ਨੇ ਵੀ ਆਪਣੇ ਸਵਾਲ ਪੁੱਛੇ ਕਿ ਅਸੀਂ ਇਹਦੀ ਸੇਵਾ ਲੈਣ ਦੇ ਵਾਸਤੇ ਸਾਨੂੰ ਕੀ ਉਪਰਾਲੇ ਕਰਨੇ ਪੈਣਗੇ। ਉਹਨਾਂ ਨੇ ਜੋ ਵੀ ਉੱਪਰੋਂ ਹਦਾਇਤਾਂ ਦੇ ਅਨੁਸਾਰ ਬਹੁਤ ਹੀ ਵਧੀਆ ਤਰੀਕੇ ਦੇ ਵਧੀਆ ਢੰਗ ਦੇ ਨਾਲ ਹਰ ਇੱਕ ਪੰਚਾਇਤ ਮੈਂਬਰ, ਹਰ ਮੋਹਤਵਰ ਵਿਅਕਤੀ ਨੂੰ ਇਸ ਦੇ ਬਾਰੇ ਜਾਣੂ ਕਰਵਾਉਣ ਤੋਂ ਬਾਅਦ ਇਸ ਨੂੰ ਅਸੀਂ ਸਰਾਹਿਆ ਗਿਆ ਕਿ ਅੱਜ ਬਹੁਤ ਹੀ ਲੋਕਾਂ ਨੂੰ ਇਸ ਦੇ ਬਾਰੇ ਕਾਨੂੰਨੀ ਸੇਵਾ ਅਥਾਰਟੀ ਦੇ ਬਾਰੇ ਪਤਾ ਲੱਗਾ ਹੈਗਾ, ਤਾਂ ਜੋ ਲੋਕਾਂ ਨੂੰ ਕਾਨੂੰਨੀ ਸਹਾਇਤਾ ਲੈਣ ਦੇ ਵਾਸਤੇ ਜਿਹੜੇ ਪਛੜੇ ਵਰਗ ਹੈਗੇ ਆ, ਲੇਡੀਜ਼ ਹੈਗੀਆਂ ਆ, ਜਾਂ ਕੋਈ ਵੀ ਹਰ ਤਰੀਕੇ ਦਾ ਕੋਈ ਵੀ ਵਰਗ ਹੈਗਾ ਆ, ਜਾਂ ਕਈਆਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਆ ਕਿ ਅੱਜ ਕੱਲ੍ਹ ਲੋਨਸ ਵਗੈਰਾ ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਪ੍ਰੋਬਲਮ ਆਉਂਦੀ ਆ ਕਿ ਮੋੜਨਾ ਕਿਸ ਤਰ੍ਹਾਂ ਆ, ਇੱਦਾਂ ਦੀਆਂ ਲੋਕ ਅਦਾਲਤਾਂ ਲੱਗ ਰਹੀਆਂ, ਉਹਦੇ ਬਾਰੇ ਪੂਰਾ ਵਿਸਥਾਰ ਪੂਰਵਕ ਦੱਸਿਆ ਗਿਆ, ਤਾਂ ਜੋ ਲੋਕਾਂ ਨੂੰ ਇਹਦੀ ਵੱਧ ਤੋਂ ਵੱਧ ਯਾਨੀ ਕਿ ਅਵੇਅਰਨੈਸ ਆਵੇ ਤੇ ਪਤਾ ਲੱਗੇ ਕਿ ਇਹ ਜਿਹੜੀ ਹਾਈ ਕੋਰਟ ਵੱਲੋਂ ਜਿਹੜੀ ਵੀ ਮੁਹਿੰਮ ਕੀਤੀ ਗਈ ਆ, ਤੇਜ਼ ਕੀਤੀ ਗਈ ਆ, ਉਹਦਾ ਫਾਇਦਾ ਵੱਧ ਤੋਂ ਵੱਧ ਕਿੱਦਾਂ ਲਿਆ ਜਾ ਸਕੇ।